बिस्मिल्लाहिर्रहमानिर्रहीम। FM 99.4 पंजाब रंग ते रंग जिंदगी दे ते जिहड़ा रंग हुंदा ना ओहदी अपनी एक कशिश हुंदी है, लेकिन जिहड़ी खुशबू हुंदी है ना ओहदे ते क्या ही कहने। ते असीं खुशबू लैके तुहाडे कोल हाज़र, तुहाडा दोस्त, तुहाडा होस्ट राशिद एजाजी ते साडा ते तुहाडा सांझ रहेगा 12 बजे तक। पता ना तुहानूं हर जुमे नूं 10 ਤੋਂ 12 ਅਸੀਂ ਤੁਹਾਡੇ ਨਾਲ ਹੁੰਦੇ ਹਾਂ। ਤੁਹਾਡੀ ਖੁਸ਼ਬੂ ਸਾਡੇ ਕੋਲ ਤੇ ਸਾਡੀ ਖੁਸ਼ਬੂ ਤੁਹਾਡੇ ਕੋਲ ਤੇ ਸਾਡੀ ਖੁਸ਼ਬੂ ਪਹੁੰਚਾਉਂਦੇ ਨੇ। ਮੇਰੇ ਨਾਲ ਬੈਠੇ ਨੇ ਬੜੀ ਸੋਹਣੀ ਸ਼ਖਸੀਅਤ ਨੇ, ਪਿਆਰੀ ਜੀ ਤਾਬਿਸ਼ ਨਕवी ਸਾਹਿਬ। ਸੱਚੀ ਗੱਲ ਹੈ, ਇਸ ਪ੍ਰੋਗਰਾਮ ਨੂੰ ਖੂਬਸੂਰਤ ਬਣਾਉਣ ਵਾਸਤੇ ਨਾ ਨਾਸਰ ਅਹਿਮਦ ਦੀ ਕਿਆਦਤ 'ਚ ਸਾਡੇ ਕਪਤਾਨ ਨੇ ਨਾ, ਸਾਡੇ ਕੈਪਟਨ ਸਟੇਸ਼ਨ ਡਾਇਰੈਕਟਰ ਨੇ ਸਾਡੇ ਨਾਸਰ ਅਹਿਮਦ ਸਾਹਿਬ, ਤੇ ਉਹਨਾਂ ਦੀ ਟੀਮ ਹੈ ਸਾਰੀ। ਮੈਂ ਵੀ ਸੱਚੀ ਗੱਲ ਹੈ ਉਸੇ ਟੀਮ ਦਾ ਹਿੱਸਾ ਤੇ ਤਾਬਿਸ਼ ਸਾਹਿਬ ਬੜੇ ਖੂਬਸੂਰਤ ਗੀਤ ਤੁਹਾਡੇ ਵਾਸਤੇ ਪੇਸ਼ ਕਰਦੇ ਨੇ, ਔਰ ਉਹ ਸਾਰੇ ਗੀਤ ਆ ਜਿਹੜੀ ਖੁਸ਼ਬੂ ਹੁੰਦੀ ਮੁਹੱਬਤ ਦੀ, ਚਾਹਤ ਦੀ, ਜਿਹੜੀ ਤੁਹਾਡੇ ਨਾਲ ਹੈ, ਸਾਨੂੰ ਤੇ ਤੁਹਾਨੂੰ ਸਾਡੇ ਨਾਲ। ਤੇ ਇਹ ਜਿਹੜੇ ਅਸੀਂ ਪੇਸ਼ ਕਰਦੇ ਨਾ ਗੀਤ ਨਗਮੇ, ਇਹ ਤੁਹਾਡਾ ਇੰਤਖਾਬ ਹੁੰਦਾ। ਤੁਸੀਂ ਜਾਂ ਮੌਜੂ ਦੱਸ ਦਿੰਦੇ ਹੋ ਜਾਂ ਆਪਣੇ ਉਹ ਗਾਣੇ ਪਸੰਦ ਦੱਸ ਦਿੰਦੇ ਹੋ, ਤੇ ਤਾਬਿਸ਼ ਸਾਹਿਬ ਫਿਰ ਇਸ ਪ੍ਰੋਗਰਾਮ ਨੂੰ ਸਜਾ ਦਿੰਦੇ ਉਹਦੇ ਨਾਲ। ਤੇ ਅੱਜ ਅਸੀਂ ਪਤਾ ਕਿਹੜੇ ਮੌਜੂ ਦੀ ਗੱਲ ਕਰ ਰਹੇ ਹਾਂ? ਅਸੀਂ ਅੱਜ ਗੱਲ ਕਰ ਰਹੇ ਹਾਂ, ਵਾਹ ਵਾਹ, ਉਹ ਗੱਲ ਹੀ ਹਰ ਬੰਦਾ ਜ਼ਰਾ ਆਪਣੇ ਦਿਲ 'ਤੇ ਹੱਥ ਰੱਖੇਗਾ कि दिलों देखो हाँ कौन सब तो ज़्यादा प्यार करता है, किदे नाल प्यार होंदा है, केड़ी शख्सियत ऐसी है जिहड़ी तुहाडे ते अपनी सच्ची गल है सारी मुहब्बतां निछावर करदी है, और पहली जिंदगी का पहला साह ना तुसीं ओहदी गोद 'च लैंदे हो। जी हाँ, माँ मावां ठंडियां छावां। ते इस असीं मौजू दी गल करांगे ते यही सांझ तुसीं साडे नाल पानी है, मावां ठंडियां छावां। ठीक है, तुहाडी जिहड़ी भी कॉल आवे, ਜਿਹੜਾ ਵੀ ਮੈਸੇਜ ਆਵੇ, ਤੇ ਤੁਸੀਂ ਇਸ ਮੌਜੂ 'ਤੇ ਗੱਲ ਕਰਨੀ ਹੈ, ਮਾਵਾਂ ਠੰਡੀਆਂ ਛਾਵਾਂ। ਤੇ ਤੁਹਾਨੂੰ ਯਾਦ ਹੈ ਨਾ WhatsApp ਨੰਬਰ 051 9291 521 051 9291 521। ਤੇ ਸਾਡਾ ਜਿਹੜਾ ਕਾਲ ਨੰਬਰ ਹੈ ਜਿਸ 'ਤੇ ਕਾਲ ਤੁਸੀਂ ਕਰਨੀ ਹੈ 051 9291 520 051 9291 520। ਤੇ ਲੋ ਜੀ ਫਿਰ ਅਸੀਂ ਸ਼ੁਰੂ ਕਰਦੇ ਹਾਂ। ਆਰਫਾਨਾ ਕਲਾਮ ਹੈ ਤੇ ਮਾਂ ਦਾ ਹੀ ਜ਼ਿਕਰ ਹੈ ਉਹਦੇ 'ਚ। ਮਾਂ ਹੀ ਨਹੀਂ ਮੈਂ ਕਿਹਨੂੰ ਆਖਾਂ। ਲੋ ਤੁਸੀਂ ਸੁਣੋ ਔਰ ਬੜੇ ਪਿਆਰ ਨਾਲ ਸੁਣੋ ਜੀ। ਤੁਸੀਂ ਸੁਣ ਰਹੇ ਸੋ ਹੁਣੀ ਕਲਾਮ ਮਾਂ ਹੀ ਨਹੀਂ ਮੈਂ ਕਿਹਨੂੰ ਆਖਾਂ। ਇਹ ਕਲਾਮ ਸੀ ਸ਼ਾਹ ਹੁਸੈਨ ਉਹਨਾਂ ਦਾ, ਔਰ ਇਹਨੂੰ ਗਾਇਆ ਸੀ ਬੜੇ ਸੋਹਣੇ ਅੰਦਾਜ਼ ਨਾਲ ਹਮਦ ਅਲੀ ਬੇਲਾ ਨੇ। ਤੁਸੀਂ ਵੀ ਸੁਣਿਆ, ਅਸੀਂ ਵੀ ਸੁਣਿਆ। ਸੱਚੀ ਗੱਲ ਹੈ ਕਿ ਮਾਂ ਤੋਂ ਵੱਧ ਕੌਣ ਹੈ ਇਸ ਦੁਨੀਆ 'ਤੇ, ਕਿਹੜੀ ਹਸਤੀ ਐਸੀ ਹੁੰਦੀ ਹੈ। ਔਰ ਜਦੋਂ ਮਾਂ ਦਾ ਤਜ਼ਕਰਾ ਹੁੰਦਾ ਹੈ, ਸੱਚੀ ਗੱਲ ਹੈ ਦਿਲ ਵਿੱਚ ਇੱਕ ਮੁਹੱਬਤ ਦੀ ਤਸਵੀਰ ਉੱਭਰ, ਮੁਹੱਬਤ ਜਿਹੜੀ ਜੋ ਤਸਵੀਰ ਬਣ ਕੇ ਸਾਹਮਣੇ ਆਉਂਦੀ ਹੈ, ਤਾਂ ਮਾਂ ਦਾ ਵਜੂਦ ਹੁੰਦਾ ਹੈ। ਮੁਹੱਬਤ ਨੂੰ, ਪਿਆਰ ਨੂੰ, ਚਾਹਤ ਨੂੰ, ਲਗਾਓ, ਜਿਹੜੇ ਵੀ ਲਫ਼ਜ਼ ਹੈ ਨੇ, ਅਗਰ ਉਹ ਮੁਜੱਸਮ ਸੂਰਜ, ਤਸਵੀਰ ਦੀ ਸੂਰਜ ਸਾਹਮਣੇ ਆਉਣ, ਤੇ ਫਿਰ ਉਹ ਮਾਂ ਦਾ ਵਜੂਦ ਹੀ ਸਾਹਮਣੇ ਆਉਂਦਾ ਹੈ। ਔਰ ਅੱਜ ਇਹ ਤੁਹਾਨੂੰ ਮੈਂ ਥੋੜ੍ਹਾ ਜਿਹਾ ਮੈਂ ਦੱਸ ਦੇਵਾਂ ਕਿ ਅੱਜ ਅਸੀਂ ਇਹ ਜਿਹੜਾ ਮੌਜੂ ਰੱਖਿਆ ਸੀ ਨਾ, ਸਾਡੀ ਇੱਕ ਸੁਣਨ ਵਾਲੀ ਲਿਸਨਰ ਨੇ ਮਿਸਿਸ ਭੱਟ, ਤੇ ਪਿਛਲੇ ਪ੍ਰੋਗਰਾਮ 'ਚ ਉਹਨਾਂ ਸਾਡੇ ਨਾਲ ਗੱਲਬਾਤ ਕੀਤੀ, ਫੋਨ 'ਤੇ ਕਿਹਾ, ਤੇ ਉਹਨਾਂ ਨੇ ਕਿਹਾ ਮੈਨੂੰ ਮਾਂ ਬੜੀ ਯਾਦ ਆਉਂਦੀ ਹੈ। ਉਹਨਾਂ ਦੀ ਮਾਂ ਅੱਲਾ ਨੂੰ ਪਿਆਰੀ ਹੋ ਚੁੱਕੀ ਹੈ, ਤੇ ਉਹਨਾਂ ਨੇ ਇੱਕ ਫਰਮਾਇਸ਼ ਕੀਤੀ ਸੀ ਕਿ ਇਹ ਫਰਮਾਇਸ਼ ਇਹ ਸੁਣਾ ਦਿਓ। ਤਾਂ ਸੱਚੀ ਗੱਲ ਹੈ ਮੈਨੂੰ ਵੀ ਆਪਣੀ ਮਾਂ ਯਾਦ ਆ ਗਈ, ਔਰ ਮੈਂ ਦੁਆ ਕਰਦਾ ਕਿ ਜਿਹੜੀਆਂ ਮਾਵਾਂ ਜਿਨ੍ਹਾਂ ਦੀ ਹੈ ਨੇ ਉਹ ਸਲਾਮਤ ਰਹਿਣ, ਉਹ ਸਿਰ 'ਤੇ ਸਲਾਮਤ ਰਹਿਣ। ਕਹਿੰਦੇ ਨੇ ਮਾਵਾਂ ਠੰਡੀਆਂ ਛਾਵਾਂ, ਉਹ ਛਾਵਾਂ ਕਾਇਮ ਰਹਿਣ। ਲੇਕਿਨ ਜਿਹੜੇ ਅੱਲਾ ਕੋਲ ਜਾ ਚੁੱਕੀਆਂ ਨੇ, ਉਹਨਾਂ ਦੀ ਮਖਰਤ ਵਾਸਤੇ, ਉਹਨਾਂ ਦੀ ਦਰਜਾਤ ਦੀ ਬੁਲੰਦੀ ਵਾਸਤੇ ਮੈਂ ਵੀ ਦੁਆ ਕਰਦਾ, ਔਰ ਤੁਸੀਂ ਵੀ ਦੁਆ ਕਰੋ ਕਿ ਮਾਵਾਂ ਤੋਂ ਵੱਧ ਕੋਈ ਹਸਤੀ ਨਹੀਂ ਹੁੰਦੀ। ਤੇ ਹੁਣ ਮੈਂ ਇੱਕ ਜਦੋਂ ਅਸੀਂ ਕਰ ਰਹੇ ਹਾਂ ਨਾ, ਤੁਹਾਨੂੰ WhatsApp ਨੰਬਰ ਦੱਸਿਆ 051 9291 521 ਤੇ ਕਾਲ ਨੰਬਰ 051 9291 520। ਇਹ ਜਿਉਂ ਹੀ ਅਸੀਂ ਪ੍ਰੋਗਰਾਮ ਸ਼ੁਰੂ ਕੀਤਾ ਤੇ ਨਾਲ ਹੀ ਸਾਨੂੰ ਕਾਲਾਂ ਵੀ ਆ ਗਈਆਂ, ਮੈਸੇਜ ਵੀ ਆ ਗਏ, ਚੁੱਕੇ ਸੁਣਨਾਵਾ ਹੀ ਇਹੋ ਜਿਹਾ ਹੈ, ਮਾਵਾਂ ਠੰਡੀਆਂ ਛਾਵਾਂ। ਮੁਹੰਮਦ ਤਾਰਕ ਮਿਰਜ਼ਾ ਨੇ, ਇਹਨਾਂ ਨੇ ਗੰਜ ਮੰਡੀ ਰਾਵਲਪਿੰਡੀ ਤੋਂ ਫੋਨ ਕਾਲ ਕੀਤੀ, ਤੇ ਇਹਨਾਂ ਨੇ ਕਿਹਾ ਵਾਕਈ ਮਾਂ ਤੋਂ ਬਗੈਰ ਤੇ ਦਿਲ ਦਾ ਸਕੂਨ ਨਹੀਂ ਹੁੰਦਾ, ਔਰ ਨਾ ਹੀ ਦਿਮਾਗ ਦੀ ਰੋਸ਼ਨੀ ਹੁੰਦੀ ਹੈ, ਨਾ ਹੀ ਜ਼ਿਹਨ ਰੋਸ਼ਨ ਹੁੰਦਾ, ਨਾ ਦਿਲ 'ਚ ਸਕੂਨ ਹੁੰਦਾ ਹੈ। ਇਹ ਮਾਂ ਤੋਂ ਬਗੈਰ ਨਹੀਂ ਹੁੰਦਾ, ਔਰ ਮਾਂ ਦੀ ਦੁਆਵਾਂ ਹੀ ਜ਼ਿੰਦਗੀ 'ਚ ਕਾਮਯਾਬੀ ਦਿੰਦੀਆਂ। ਮਾਂ ਦੀ ਦੁਆਵਾਂ ਨਾਲ ਦਿਲ 'ਚ ਸਕੂਨ ਮਿਲਦਾ ਹੈ, ਔਰ ਮਾਂ ਦੀ ਦੁਆਵਾਂ ਨਾਲ ਹੀ ਜ਼ਿਹਨ ਕੁਸ਼ਾਦਾ ਹੁੰਦਾ ਹੈ। ਮੁਹੰਮਦ ਤਾਰਕ ਮਿਰਜ਼ਾ ਸਾਹਿਬ, ਤੁਹਾਡਾ ਬੜਾ ਸ਼ੁਕਰੀਆ, ਤੁਸੀਂ ਸਾਡੇ ਨਾਲ ਸਾਂਝ ਪਾਈ। ਔਰ ਮਕਬੂਲ ਚੱਕਰੀ ਰੋਡ ਤੋਂ ਉਹਨਾਂ ਨੇ ਸਾਨੂੰ ਮੈਸੇਜ ਕੀਤਾ WhatsApp ਰਾਹੀਂ, ਤੇ ਪਹਿਲਾਂ ਤਾਂ ਉਹਨਾਂ ਨੇ ਕਿਹਾ ਜੀ ਰਾਸ਼ਿਦ ਭਾਈ ਮੈਨੂੰ ਪੰਜਾਬੀ ਨਹੀਂ ਆਉਂਦੀ, ਤੇ ਅਸੀਂ ਲੇਕਿਨ ਤੁਹਾਡਾ ਇੰਤਜ਼ਾਰ ਕਰਦੇ ਹਾਂ। ਤੇ ਅੱਜ ਦੇ ਟੌਪਿਕ ਨੂੰ ਵੀ ਉਹਨਾਂ ਨੇ ਬੜਾ ਸਰਾਹਿਆ।
ਔਰ ਉਹਨਾਂ ਨੇ ਕਿਹਾ ਕਿ ਇਹ ਮਾਂ ਦਾ ਵਜੂਦ ਵਾਕਈ ਐਸਾ ਹੈ ਕਿ ਜਿਹਦੇ ਨਾਲ ਠੰਡ ਪੈ ਜਾਂਦੀ ਹੈ। ਮਾਂ ਦਾ ਜ਼ਿਕਰ ਆਉਂਦਾ ਨਾ ਤੇ ਦਿਲ ਨੂੰ ਵਾਕਈ ਸਕੂਨ ਮਿਲਦਾ। ਲਓ ਮਕਬੂਲ ਚੱਕਰੀ ਰੋਡ ਜੀ ਤਾਂ ਤੁਸੀਂ ਸਾਡੇ ਨਾਲ ਸਾਂਝ ਪਾਈ, ਔਰ ਇਹ ਸਾਡੇ ਲਿਸਨਰ ਹਰ ਹਫਤੇ ਮੇਰੇ ਪ੍ਰੋਗਰਾਮ ਚਾਹੁੰਦੇ ਨੇ ਔਰ ਆਪਣੀ ਸੋਹਣੀ ਗੱਲਾਂ ਨਾਲ ਸਾਂਝ ਪਾਉਂਦੇ ਨੇ। ਮਕਬੂਲ ਜੀ ਤੁਹਾਡਾ ਬੜਾ ਸ਼ੁਕਰੀਆ। ਟੋਕ ਨੂਰ ਰਾਵਲਪਿੰਡੀ ਤੋਂ ਇਹਨਾਂ ਨੇ ਵੀ ਸਾਨੂੰ WhatsApp ਮੈਸੇਜ ਕੀਤਾ ਹੈ, ਮੁਹੰਮਦ ਕਾਸ਼ਿਫ ਟੋਕ ਨੂਰ ਰਾਵਲਪਿੰਡੀ ਤੋਂ। ਇਹਨਾਂ ਨੇ ਇੱਕ ਤੇ ਫਰਮਾਇਸ਼ ਕੀਤੀ ਹੈ ਸੈਫਲ ਮਲੂਕ ਦੀ, ਤੇ ਅਸੀਂ ਅਗਲੇ ਹਫਤੇ ਇਨਸ਼ਾਅੱਲਾ ਨੋਟ ਕਰ ਲਈਏ। ਔਰ ਤਾबिश नकवी साहब कह रहे हाँ जी अगले हफ्ते ਜ਼ਰੂਰ ਅਸੀਂ ਸੈਫਲ ਮਲੂਕ ਨੂੰ ਉਹਨਾਂ ਦੀ ਫਰਮਾਇਸ਼ ਪੂਰੀ ਕਰਾਂਗੇ। ਨੋਟ ਕਰ ਲਈ ਜਨਾਬ। ਕਾਸ਼ਿਫ ਸਾਹਿਬ ਨਾਲ ਇਹਨਾਂ ਨੇ ਕਿਹਾ ਕਿ ਚਲੋ ਮਾਂ ਤੇ ਮਾਂ ਹੁੰਦੀ ਹੈ, ਲੇਕਿਨ ਮੇਰੇ ਵਾਲਿਦ ਸਾਹਿਬ ਜਦ ਬਿਮਾਰ ਨੇ ਤੇ ਉਹਨਾਂ ਦੀ ਸਿਹਤ ਵਾਸਤੇ ਦੁਆ ਕੀ। ਹਾਂ ਜੀ, ਮਾਂ ਦਾ ਰਿਸ਼ਤਾ ਹੋਵੇ ਜਾਂ ਬਾਪ ਦਾ ਰਿਸ਼ਤਾ ਹੋਵੇ, ਇਹ ਸਾਰੇ ਰਿਸ਼ਤੇ ਪਿਆਰੇ ਨੇ ਔਰ ਅਸੀਂ ਵੀ ਦੁਆ ਕਰਦੇ ਹਾਂ ਕਿ ਅੱਲਾਹ ਤਾਲਾ ਕਾਸ਼ਿਫ ਸਾਹਿਬ ਦੇ ਵਾਲਿਦ ਸਾਹਿਬ ਨੂੰ ਸਿਹਤ ਕਾਮਲਾ ਔਰ ਆਜਲਾ ਅਤਾ ਫਰਮਾਏ, ਜਲਦੀ ਨਾਲ ਸਿਹਤਯਾਬ ਹੋਣ। ਰਾਜਾ ਫੁਰਕਾਨ ਪਿੰਡੀ ਤੋਂ ਇਹਨਾਂ ਨੇ ਕਿਹਾ ਜੀ ਸਭ ਦੀਆਂ ਮਾਵਾਂ ਸਲਾਮਤ ਰਹਿਣ, ਆਮੀਨ ਸੁੰਮਾ ਆਮੀਨ। ਤੇ ਜਿਨ੍ਹਾਂ ਦੀਆਂ ਮਾਵਾਂ ਨਹੀਂ ਹੈਗੀਆਂ ਅੱਲਾਹ ਤਾਲਾ ਜੰਨਤ 'ਚ ਉਹਨਾਂ ਦੇ ਮੁਕਾਮ ਬੁਲੰਦ ਕਰੇ, ਉਹਨਾਂ ਦੀ ਮਗਫਰਤ ਕਰੇ, ਆਮੀਨ ਸੁੰਮਾ ਆਮੀਨ। ਤੇ ਅੱਜ ਦਾ ਸਾਡਾ ਟੌਪਿਕ ਮਾਵਾਂ ਠੰਡੀਆਂ ਛਾਵਾਂ। ਇਹ ਖੁਸ਼ਬੂ ਮਾਂ ਤੋਂ ਵੱਧ ਕੇ ਕੋਈ ਖੁਸ਼ਬੂ ਨਹੀਂ ਹੁੰਦੀ ਜ਼ਿੰਦਗੀ, ਸੱਚੀ ਗੱਲ ਹੈ। ਪੂਰੀ ਜ਼ਿੰਦਗੀ 'ਚ ਮਾਂ ਦਾ ਲਫ਼ਜ਼ ਹੀ ਲੈ ਲਓ ਨਾ ਤੇ ਮੁਅੱਤਰ ਹੋ ਜਾਂਦਾ। ਤੇ ਇਹ ਮੈਂ ਜਿਵੇਂ ਕਿਹਾ ਸੀ ਕਿ ਅੱਜ ਅਸੀਂ ਜਿਹੜਾ ਟੌਪਿਕ ਰੱਖਿਆ ਨਾ, ਇਹ ਮਿਸਿਸ ਬੱਟ ਨੇ ਸਾਨੂੰ ਫਰਮਾਇਸ਼ ਕੀਤੀ ਸੀ ਤੇ ਉਹਨਾਂ ਦੀ ਫਰਮਾਇਸ਼ ਤੁਸੀਂ ਸੁਣ ਲਓ, ਅਸੀਂ ਵੀ ਸੁਣ ਲੈਣੇ। ਉਹ ਮਾਂ ਦੇ ਵਾਸਤੇ ਹੈ। ਉਹਨਾਂ ਕਿਹਾ ਮਾਂ ਮਰੇ ਤੇ ਪੇਕੇ ਮੁੱਕ ਜਾਂਦੇ ਨੇ, ਜਾਂ ਮਾਂ ਮਰੇ ਤੇ ਰਿਸ਼ਤੇ ਮੁੱਕ ਜਾਂਦੇ ਨੇ। ਲਓ ਜੀ ਮਿਸਿਸ ਬੱਟ ਜੀ, ਤੁਸੀਂ ਵੀ ਸੁਣੋ, ਅਸੀਂ ਵੀ ਸੁਣਦੇ ਹਾਂ। ਔਰ ਅਕਰਮ ਰਾਈ ਨੇ ਗਾਇਆ ਗੀਤ, ਮਾਂ ਮਰੇ ਤੇ ਪੇਕੇ ਮੁੱਕ ਜਾਂਦੇ ਨੇ, ਮਾਂ ਮਰੇ ਤੇ ਰਿਸ਼ਤੇ ਮੁੱਕ ਜਾਂਦੇ ਨੇ। ਜੀ ਵੈਲਕਮ ਬੈਕ। ਹਾਂਜੀ, ਅਸੀਂ ਪਰਤ ਕੇ ਆ ਗਏ ਹਾਂ ਤੇ ਤੁਸੀਂ ਵੀ ਸਾਡੇ ਨਾਲ ਜੁੜੇ ਹੋਏ ਹੋ ਨਾ। ਹਾਂਜੀ, 12 ਵਜੇ ਤੱਕ ਇਹ ਪ੍ਰੋਗਰਾਮ ਤੁਹਾਡਾ ਖੁਸ਼ਬੂ ਤੁਹਾਡੇ ਵਾਸਤੇ, ਤੁਹਾਡਾ ਹੋਸਟ ਤੁਹਾਡਾ ਦੋਸਤ ਰਾਸ਼ਿਦ ਹਿਜਾਜ਼ੀ। ਤੇ ਅੱਜ ਜਿਹੜਾ ਮੌਜੂ ਹੈ ਨਾ, ਅੱਜ ਦਾ ਸਰਨਾਮਾ ਮਾਵਾਂ ਠੰਡੀਆਂ ਛਾਵਾਂ। ਤੇ ਇਹਦੇ ਵੱਲ ਨਾ ਸਾਨੂੰ ਮੈਸੇਜ ਵੀ ਆ ਰਹੇ ਨੇ। WhatsApp 05192911521 051 9291 521 ਤੇ ਟੈਲੀਫੋਨ ਲਾਈਨਸ 051 9291 520 05192911520। ਇਸ 'ਤੇ ਤੁਸੀਂ ਫੋਨ ਕਰਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਤੇ ਲਓ ਜੀ, ਸਾਨੂੰ ਮੈਸੇਜ ਆਇਆ, WhatsApp ਮੈਸੇਜ ਆਇਆ ਰਾਜਾ ਫੁਰਕਾਨ ਦਾ। ਉਹਨਾਂ ਕਿਹਾ ਜੀ ਇਹ ਮਾਂ ਦੀ ਯਾਦ 'ਚ ਮੈਨੂੰ ਅਥਰੂ ਆ ਗਏ ਨੇ, ਔਰ ਬੜੇ ਆਪਦੀਦਾ ਅੰਦਾਜ਼ ਨਾਲ ਉਹਨਾਂ ਨੇ ਗੱਲ ਕੀਤੀ ਹੈ। ਤੇ ਰਾਜਾ ਫੁਰਕਾਨ ਜੀ ਸਬਰ ਕਰੋ। ਮਾਂ ਦੀ ਜੁਦਾਈ ਔਰ ਮਾਂ ਦੀ ਯਾਦ ਵਾਕਈ ਜਦੋਂ ਵਾਲਦਾ ਮਰਹੂਮਾ ਹੋ ਜਾਣ ਤੇ ਫਿਰ ਯਾਦਾਂ ਹੀ ਰਹਿ ਜਾਂਦੀਆਂ, ਤੇ ਉਹ ਜਦੋਂ ਯਾਦ 'ਚ ਅਥਰੂ ਆਉਂਦੇ ਨੇ ਤਾਂ ਸੱਚੀ ਗੱਲ ਹੈ। ਤੇ ਇਹ ਲੰਮਾ ਵਕਤ ਹੁੰਦਾ ਜਦੋਂ ਮਾਂ ਵਾਸਤੇ ਦੁਆ ਕਰਨੀ ਚਾਹੀਦੀ ਹੈ। ਤੇ ਮਾਂ ਵਾਸਤੇ ਦੁਆ ਕਰੋ, ਅੱਲਾਹ ਉਹਨਾਂ ਦੇ ਦਰਜਾਤ ਬੁਲੰਦ ਕਰੇ ਤੇ ਅੱਲਾਹ ਪਾਕ ਤੁਹਾਨੂੰ ਵੀ ਸਬਰ ਅਤਾ ਕਰੇ। ਜ਼ਿਆ ਅਡਿਆਲਾ ਰੋਡ ਤੋਂ, ਜ਼ਿਆ ਸਾਹਿਬ ਨੇ ਅਡਿਆਲਾ ਰੋਡ ਤੋਂ, ਤੇ ਇਹਨਾਂ ਨੇ ਕਿਹਾ ਜੀ ਕਿ ਮਾਵਾਂ ਦੀ ਕਿਆ ਹੀ ਬਾਤ ਹੈ। ਮਾਵਾਂ ਦਾ ਤਾਂ ਕੋਈ ਨਿਮਲ ਬਦਲ ਨਹੀਂ ਹੁੰਦਾ। ਤੇ ਕਹਿ ਰਹੇ ਨੇ ਕਿ ਮਾਵਾਂ ਦੇ ਤੇ ਕਦਮਾਂ ਥੱਲੇ ਜੰਨਤ ਹੈ। ਹਾਂ, ਤੇਰੇ 'ਚ ਕੋਈ ਸ਼ੱਕ ਨਹੀਂ। ਇਹ ਤੇ ਮੇਰੇ ਸੋਹਣੇ ਨਬੀ ਸਰਕਾਰੇ ਦੋ ਜਹਾਨ ਦਾ ਫਰਮਾਨ ਹੈ, ਅਲ ਜੰਨਤੋ ਤਹਤਿਲ ਅਕਦਾਮਿਲ ਉਮਹਾਤ, ਕਿ ਜੰਨਤ ਜਿਹੜੀ ਨੇ ਮਾਵਾਂ ਦੇ ਕਦਮਾਂ ਦੇ ਥੱਲੇ ਹੈ, ਨੀਚੇ। ਮਦਦ ਦੱਸੋ, ਕਦਮਾਂ ਦੇ ਥੱਲੇ ਹੈ। ਤੇ ਮੈਂ ਤੁਹਾਨੂੰ ਮਾਂ ਦੀ ਜ਼ਾਤ ਹੀ ਐਸੀ ਹੈ, ਮੈਨੂੰ ਵੀ ਆਪਣੀ ਮਾਂ ਯਾਦ ਆ ਗਈ ਹੈ। ਔਰ ਮੈਂ ਸਮਝਦਾ ਕਿ ਮੇਰੀ ਜ਼ਿੰਦਗੀ ਦਾ ਜਿਹੜੀ ਪਹਿਲੀ ਬੁਨਿਆਦ ਉਹਨਾਂ ਨੇ ਰੱਖੀ ਹੈ, ਇੰਨੀ ਮੁਸਤਹਕਮ ਔਰ ਪੱਕੀ ਬੁਨਿਆਦ ਰੱਖੀ। ਮੈਂ ਤੁਹਾਨੂੰ ਸਹੀ ਦੱਸਾਂ, ਜਿਹੜੀ ਪਹਿਲੀ ਜਮਾਤ ਸੀ ਨਾ, ਕੱਚੀ ਪੱਕੀ ਹੁੰਦੀ ਸੀ। ਉਦੋਂ ਇਹ ਪ੍ਰੈਪ ਨਰਸਰੀ ਨਹੀਂ ਸੀ ਹੁੰਦੇ, ਕੱਚੀ ਪੱਕੀ ਪਹਿਲੀ ਦੂਜੀ, ਇਹ ਸਾਰੀ ਮੈਨੂੰ ਮਾਂ ਨੇ ਨਾ ਸਬਕਨ ਪੜ੍ਹਾਈ ਔਰ ਸਿਖਾਈ ਸਕੂਲ ਜਾਣ ਤੋਂ ਪਹਿਲੇ। ਠੀਕ ਹੈ, ਤੇ ਉਹੀ ਮੇਰੀ ਬੁਨਿਆਦ ਬਣੀ ਜਿਹਨੇ ਮੈਨੂੰ ਤਾਲੀਮ ਵਾਸਤੇ ਸ਼ੌਕ ਦਾ ਵਾਕਈ ਸ਼ੌਕ, ਉਹ ਜਿਹੜਾ ਸ਼ੌਕ ਨਾਲ ਪੜ੍ਹਿਆ ਗਿਆ, ਔਰ ਉਹ ਸ਼ੌਕ ਮੇਰੀ ਮਾਂ ਨੇ ਪੈਦਾ ਕੀਤਾ ਤਾਲੀਮ ਦਾ। ਫਿਰ ਉਹਨਾਂ ਦੀ ਦੁਆਵਾਂ ਵੀ ਨਾਲ ਰਹੀਆਂ ਕਿ ਜੀ ਪਾਕਿਸਤਾਨ ਦੀ ਆਲਾ ਤਾਲੀਮ, ਆਲਾ ਤਰੀਨ ਡਿਗਰੀ, ਮਾਸਟਰ ਦੀ ਡਿਗਰੀ, ਲਾਅ ਦੀ ਡਿਗਰੀ, ਇਹ ਮੇਰੀ ਮਾਂ ਦੀ ਦੁਆਵਾਂ ਤੇ ਖਾਹਿਸ਼ ਨਾਲ ਹੀ ਹਾਸਲ ਹੋਈ। ਤੇ ਉਹ ਪਹਿਲੀ ਬੁਨਿਆਦ ਵੀ ਉਹਨੇ ਰੱਖੀ। ਹੁਣ ਅੱਲਾਹ ਕੋਲ ਨੇ ਤੇ ਸੱਚੀ ਗੱਲ ਯਾਦ ਆਉਂਦੇ ਤੇ ਜਿਹੜੀ ਮੈਂ ਗੱਲ ਕਹਿ ਰਿਹਾ ਸੀ ਨਾ, ਅਲ ਜੰਨਤ ਤਹਤਿਲ ਅਕਦਾਮਿਲ ਉਮਹਾਤ, ਤੇ ਪਤਾ ਨਹੀਂ ਮੈਨੂੰ ਅੱਗੇ ਸੁਣਾਉਣਾ ਚਾਹੀਦਾ ਕਿ ਨਹੀਂ ਸੁਣਾਉਣਾ ਚਾਹੀਦਾ, ਲੇਕਿਨ ਮੈਨੂੰ ਯਾਦ ਆ ਗਿਆ ਤੇ ਮੈਂ ਸ਼ੇਅਰ ਜ਼ਰੂਰ ਕਰ ਲਵਾਂਗਾ। ਇਸ ਵਾਸਤੇ ਕਿ ਜਿਹਨਾਂ ਦੀ ਮਾਵਾਂ ਜ਼ਿੰਦਾ ਨੇ ਉਹਨਾਂ ਦੀ ਕਦਰ ਕਰ ਲਓ, ਮਾਵਾਂ ਦੀ ਕਦਰ ਕਰ ਲਓ, ਔਰ ਵਾਕਈ ਯਾਦ ਰੱਖੋ ਕਿ ਜੰਨਤ ਮਾਂ ਦੇ ਪੈਰਾਂ ਥੱਲੇ ਜੇ। ਤੇ ਮੈਂ ਇਸੇ ਤਰ੍ਹਾਂ ਬੈਠਾ ਸਾਂ ਆਪਣੀ ਅੰਮੀ ਜਾਨ ਕੋਲ,
ਤੇ ਆਹਿਸਤਾ ਸੁਣਨ ਦਬਾ ਰਿਹਾ ਸਾਂ ਤੇ ਮੇਰੇ ਦਿਲ 'ਚ ਨਾ ਇਹੋ ਹੀ ਹਦੀਸ ਮੁਬਾਰਕ ਆ ਗਈ। ਸੱਚੀ ਗੱਲ ਹੈ ਕਿ ਮੈਂ ਨਾ ਆਪਣੀ ਮਾਂ ਦਾ ਪੈਰ ਪਕੜਿਆ ਤੇ ਪੈਰ ਦੇ ਚੁੱਕੇ ਕਿਹਾ ਨਾ ਪੈਰ ਦੇ ਨੀਚੇ ਜੰਨਤ ਹੈ, ਤੇ ਜਿਹੜਾ ਪੈਰ ਦਾ ਤਲਵਾ ਹੁੰਦਾ ਨਾ ਮੈਂ ਇਸ ਨਾਲ ਆਪਣੇ ਇਲਾਕੇ ਵਿੱਚ ਮਾਂ ਮੇਰੀ ਕਦੇ ਨਾ ਨਾ ਕਾਕਾ ਮੈਨੂੰ ਕਹਿੰਦੀ ਸੀ ਕਾਕਾ ਨਾ ਕਰ ਨਾ ਕਰ, ਮੈਂ ਕਿਹਾ ਮਾਂ ਤੇ ਮੇਰੀ ਜੰਨਤ ਹੈ। ਤੇ ਵਾਕਈ ਸੱਚੀ ਗੱਲ ਹੈ ਉਹ ਮਾਂ ਦੇ ਪੈਰਾਂ ਨੂੰ ਚੁੰਮਣ 'ਚ ਜਿਹੜਾ ਸਕੂਨ ਮਿਲਿਆ ਅੱਜ ਵੀ ਉਹ ਲਮਸ ਕਾਇਮ ਹੈ। ਤੇ ਮੈਂ ਸਮਝਦਾ ਕਿ ਮੇਰੇ ਸੋਹਣੇ ਨਬੀ ਹਜ਼ਰਤ ਮੁਹੰਮਦ ਸੱਲੱਲਾਹੁ अलैहि वसल्लम ने फरमाता ना बिल्कुल सही फरमाता। मैं तो तयक्कुन मैं तो मनन वाला बंदा बलीवर बंदा, इस मैनू 1% भी शक नहीं कि मेरी जन्नत मैंने मिल गई है। जो मैं माँ की कंधा बोसी कर ली मेरी जन्नत मिल गई, चूंकि सरकार ने खातमुन नबीन हज़रत मुहम्मद सल्लल्लाहु अलैहि वसल्लम उन्होंने तो बाद ना किसी ने पैगाम देना ना ही सी मनना ना सुनना, वो आखिरी अथॉरिटी और अथॉरिटी भी वो फाइनल अथॉरिटी जिन्होंने मनना है। और मैं मन रहे और यकीन ना कह रहे हैं। और मैं अपने सुनने वाले कहना जो अज कहना तो मावां ठंडियां छावां तेरे तो वड्डी चीज़ है कि जन्नत माँ के पैरों थले जे, तो माँ की खिदमत करो तो जन्नत पा लो। मैनू एक होर हदीस याद आ गई है, वो है कि फरमाया गया कि तुसी जो अपनी मां हस के देख लो ना, मुस्कुरा के देख लो, अपनी मां के चेहरे नूं मुस्कुरा के देख लवो ते हजे मकबूल का सुआब, वो हज जो कबूल हो गया। देखो जो हज करते पता नहीं कबूल होना कि नहीं होना, कोई पता नहीं, कोई अथॉरिटी नहीं कि उत्थे अल्लाह की बारगाह कबूल भी होंदा कि नहीं होंदा। वैसे अल्लाह सब दे कबूल करे, लेकिन यह जी मिल गई अथॉरिटी ना कि तुसी माँ के चेहरे नूं हस के देख लिया तो हजे मकबूल, हज ना हजे मकबूल, वो हज जो कबूल हो चुका है। तो फिर सरकार को पूछा गया कि अगर बार बार देखो, कहते जिन्नी दफ़ा देखोगे उन्नी दफ़ा ही हजे मकबूल का स्वाब मिलेगा। ये अजरे तो माँ का एहतराम करो, माँ की कदर करो और जींदे जी कदर करो। बाद कबरों से जाके दुआ मंगनिया टक्कर मारनिया ठीक है, वो अपनी है, लेकिन माँ जो जिंदा होंगी है ना तो सच्ची गल है कि ओरे अगे झुक जाया करो। किसी किसी हस्ती ने माँ के जो कहे ना कदम बोसी कदम थले तो फिर चुक के कदम से करना है ना, प्यार जो करना कदम बोसी करनी है तो चुक ही करनी है ना, तो उत्थे अकीदत और मुहब्बत होनी चाहिए। तो हजूर का फरमान ज़हन च रखो, अल जन्नतो तहतिल अकदामिल उम्महात के जन्नत मावां दे पैरां थले। लो जी हुण असीं एक सोहना जिहा गीत सुनना चाहांगे माँ के हवाले नाल, और गायकी है शौकत अली दी। और शौकत अली ने जिस मुहब्बत दे नाल माँ नूं खराजे अकीदत पेश किया है, तुसीं भी सुनो असी भी सुनते हैं और माँ की खुशबू लवो। शौकत अली की आवाज़ जी। वेलकम बैक। अज असी प्रोग्राम कर रहे हैं माँ के हवाले नाल, मावां ठंडियां छावां। तुहाडा होस्ट तुहाडा दोस्त राशिद हिजाजी, प्रोग्राम खुशबू दे नाल ते तुहाडी साडी सांझ रहेगी 12 बजे तक। तुहानूं पता है ना हर जुमे नूं 10 तो 12 तुहाडा अपना प्रोग्राम खुशबू FM 99.4 पंजाब रंग ते रंग जिंदगी दे ते जिंदगी मावां नाल। सच्ची गल है हुण भी जिहड़ी सानूं कॉलां आ रही या मैसेज आ रहा है ना मावां ठंडियां छावां दे मौजू ते हर कोई सांझ पाण वाला अपनी माँ नूं याद भी कर रहा है ते प्यार नाल याद कर रहा है। यादां दे ज़ाहिर माँ की याद कदों भुलदी नहीं जे भुलदी, लेकिन एक गल मैं जरूर चाहांगा, कहनी चाहांगा तुहानूं भावें चंगी लगे भावें ना चंगी लगे, जिन्हां दी मावां जिंदा ने वो जरा ध्यान नाल सुन लैन, माँ की कदर कर लवो, मावां की कदर कर लवो। ये फिर मावां नहीं जे लभदियां। और गल सुनो हाँ, माँ की जिंदगी च मैं सारे नहीं कहता, लेकिन उन्होंने जरूर कहांगा जिहड़े माँ का ध्यान नहीं रखते। मैं बेकदरी भी नहीं कह रहा, लेकिन इन्ना जरूर है कि जो लापरवाही करते हैं ना तो माँ का ध्यान नहीं रखते ते माँ दे दिल तो खैर दुआवां निकलदियां, लेकिन तुसी खुद सोचो कि तुसी जदों माँ की जिंदगी च चानन नहीं करते, और चानन कद नाल हुंदा है तुहाडी चाहत नाल, तुहाडे देखण नाल, अपनी माँ नूं मिलण नाल, माँ नूं प्यार करन नाल, माँ की मुट्ठी चाबी करन नाल, माँ नाल लाड करन नाल। माँ तो वध किहड़ी लाडली शख्सियत हो सकती है, माँ तो वध के किहड़ा प्यारा हो सकता है, माँ तो वध के किहड़ी महबूबा हो सकती है। सब तो ज्यादा जिहदे नाल मुहब्बत करन दा हक है वो माँ की जात है। तो माँ नाल प्यार करया करो, माँ नाल मुहब्बत करया करो। जदों ना माँ नाल मुहब्बत करदे हो तो माँ का दिल रोशन हो जाता, चानन ही चानन हो जाता, और जिंदगी जी ना रोशन हो जाती है, क्योंकि माँ अपनी औलाद नूं देख के ना जींदी है। सच्ची गल है। तो जदों लापरवाही होवे ना तो फिर सच्ची गल है माँ नूं जिंदगी नेर लगदी जे, नेरा नेरा लगदा जे। तो फिर मैं कहां कि माँ की जिंदगी नूं जदों नेरा बनांदे हो तो माँ के मरण तो बाद फिर ਉਹਦੀ कबर ते जाके दीवे बालदे हो, की फायदा ਉਹਦੀ जिंदगी नूं रोशन करो।
ਔਰ ਕੋ ਦੁਆਵਾਂ ਲਵੋ ਔਰ ਉਹਦੀ ਜ਼ਿੰਦਗੀ ਨਾਲ ਤੁਹਾਡੀ ਆਪਣੀ ਜ਼ਿੰਦਗੀ ਰੋਸ਼ਨ ਹੋਵੇਗੀ, ਤੁਹਾਡਾ ਮੁਸਤਕਬਲ ਰੋਸ਼ਨ ਹੋਏਗਾ। ਔਰ ਇਹ ਤੋਂ ਵੱਡੀ ਕਿਹੜੀ ਗੱਲ ਹੈ ਕਿ ਤੁਹਾਨੂੰ ਜਦੋਂ ਕਬਰ ਦਾ ਹਨੇਰਾ ਹੋਏਗਾ ਨਾ, ਉੱਥੇ ਵੀ ਜਿਹੜੀ ਮਾਂ ਦੀ ਦੁਆਵਾਂ ਨਾ ਤੁਹਾਨੂੰ ਰੋਸ਼ਨੀ ਦੇਣਗੀਆਂ। ਇਸ ਵਾਸਤੇ ਦੇਣਗੀਆਂ, ਜਿਵੇਂ ਪਹਿਲਾਂ ਵੀ ਗੱਲ ਕੀਤੀ ਔਰ ਮੈਂ ਬਾਰ-ਬਾਰ ਕਰਦਾ ਰਹਿਣਾ ਔਰ ਕਰਦੇ ਰਹਿਣਾ ਚਾਹੀਦਾ। ਔਰ ਤੁਸੀਂ ਵੀ ਕਿਹਾ ਕਰੋ ਕਿ ਮਾਂ ਦੇ ਕਦਮਾਂ ਥੱਲੇ ਜੰਨਤ ਹੈ। ਫਿਰ ਜਦੋਂ ਤੁਸੀਂ ਮਾਂ ਦੇ ਕਦਮਾਂ ਥੱਲੇ ਜੰਨਤ ਪਾ ਲਈ ਤੇ ਫਿਰ ਜੰਨਤ ਦਾ ਰਾਸਤਾ ਤੇ ਰੋਸ਼ਨੀ ਦਾ ਰਾਸਤਾ ਹੈ ਨਾ, ਉਹਨੂੰ ਕਬਰ ਦਾ ਕਾਹਦਾ ਡਰ। ਉਹ ਤੇ ਸਿੱਧਾ ਹੁਣ ਤੇ ਜੰਨਤ ਦਾ ਟਿਕਟ ਮਿਲ ਗਿਆ। ਜਦੋਂ ਮਾਂ ਦੀ ਦੁਆ ਲੈ ਲਈ, ਮਾਂ ਦੀ ਖਿਦਮਤ ਕਰ ਲਈ, ਜੰਨਤ ਦਾ ਟਿਕਟ ਉਹਦੇ ਕੋਲ ਹੈ। ਉਹਨੇ ਤਾਂ ਸਿੱਧਾ ਜਾਣਾ ਹੀ ਜਾਣਾ। ਤੇ ਇਸ ਵਾਸਤੇ ਮਾਂ ਨਾਲ ਮੁਹੱਬਤ ਕਰੋ, ਮਾਂ ਨਾਲ ਪਿਆਰ ਕਰੋ ਔਰ ਮਾਂ ਦੀ ਕਦਰ ਕਰੋ। ਮਿਸਿਸ ਸਈਦ ਨੇ ਸਾਨੂੰ ਸਾਡੇ ਨਾਲ ਸਾਂਝ ਪਾਈਏ, ਫੋਨ ਕਾਲ ਕਰਕੇ ਗੱਲਾਂ। ਸਾਡੀਆਂ ਮੁਸਤਕਿਲ ਲਿਸਨਰ ਨੇ, ਮੇਰੀ ਭੈਣ ਹੈ। ਮੈਂ ਤਾਂ ਆਪਣੀ ਭੈਣ ਕਹਿੰਦਾ ਨਾ ਮਿਸਿਸ ਸਈਦ, ਹੋਏ ਮੈਨੂੰ ਭਰਾ ਕਹਿੰਦੀਆਂ ਨੇ। ਤੇ ਮਿਸਿਸ ਸਈਦ ਨੇ ਬੜੇ ਪਿਆਰ ਦੇ ਨਾਲ ਆਪਣੀ ਮਾਂ ਦਾ ਜ਼ਿਕਰ ਕੀਤਾ। ਉਹਨੇ ਕਿਹਾ ਜੀ ਮਾਂ ਦਾ ਤੇ ਕੋਈ ਨਿਮਲ ਬਦਲ ਨਹੀਂ ਹੁੰਦਾ। ਬਿਲਕੁਲ ਸਹੀ ਹੈ, ਇਸ ਤੇ ਕੋਈ ਸ਼ੱਕ ਨਹੀਂ। ਉਹਨੇ ਕਿਹਾ ਮਾਂ ਤੋਂ ਜ਼ਿਆਦਾ ਹਮਦਰਦ ਵੀ ਕੋਈ ਨਹੀਂ ਹੁੰਦਾ। ਬਿਲਕੁਲ ਸਹੀ ਕਿਹਾ। ਫਿਰ ਉਹਨੇ ਕਿਹਾ ਕਿ ਮਾਂ ਦੀ ਜਿਹੜੀ ਮੁਹੱਬਤ ਹੈ ਨਾ, ਇਹ ਦਿਖਾਵੇ ਵਾਲੀ ਨਹੀਂ ਹੁੰਦੀ। ਇਹ ਤੇ ਦਿਲ ਵਿੱਚ ਮੁਹੱਬਤ ਦਾ ਇੱਕ ਸਮੁੰਦਰ ਮੌਜੂਦ ਹੁੰਦਾ ਹੈ। ਸਮੁੰਦਰ ਠਾਠਾ ਮਾਰਦਾ ਮੁਹੱਬਤ ਦਾ ਮਾਂ ਦੇ ਦਿਲ 'ਚ। ਤੇ ਫਿਰ ਉਹਨਾਂ ਕਿਹਾ ਕਿ ਮਾਂ ਤੋਂ ਬਗੈਰ ਨਾ ਘਰ ਕਬਰਸਤਾਨ ਲੱਗਦਾ। ਮਿਸਿਸ ਸਈਦ ਜੀ, ਬੜਾ ਤੁਹਾਡੇ ਖੂਬਸੂਰਤ ਮੈਸੇਜ ਹੋ। ਤੁਹਾਨੂੰ ਮੈਨੇ ਤੁਸੀਂ ਗੱਲਬਾਤ ਕੀਤੀ, ਤੁਹਾਡਾ ਇੱਕ ਇੱਕ ਲਫ਼ਜ਼, ਇੱਕ ਇੱਕ ਹਰਫ ਮਾਂ ਦੀ ਮੁਹੱਬਤ 'ਚ ਰਚਿਆ ਬਸਿਆ। ਤੇ ਫਿਰ ਦੁਆ ਤੇ ਮਾਂ ਵਾਸਤੇ ਕਰਨੀ ਚਾਹੀਦੀ ਹੈ। ਤੁਸੀਂ ਵੀ ਕਰ ਰਹੇ ਹੋ, ਅਸੀਂ ਵੀ ਕਰ ਰਹੇ ਹਾਂ। ਔਰ ਸਾਡੇ ਸੁਣਨ ਵਾਲੇ ਸਾਰੇ ਜਿਨ੍ਹਾਂ ਦੀਆਂ ਮਾਵਾਂ ਸਲਾਮਤ ਨੇ, ਉਹਨਾਂ ਦੀ ਖਿਦਮਤ ਕਰੋ, ਪਿਆਰ ਕਰੋ, ਮੁਹੱਬਤ ਕਰੋ। ਔਰ ਜਿਹੜੀਆਂ ਅੱਲਾ ਨੂੰ ਪਿਆਰੀ ਹੋ ਗਈਆਂ, ਉਹਨਾਂ ਦੇ ਮਗਫਰਤ ਵਾਸਤੇ, ਦਰਜਾਤ ਦੀ ਬੁਲੰਦੀ ਵਾਸਤੇ ਦੁਆ ਅਸੀਂ ਵੀ ਕਰਦੇ ਹਾਂ ਤੇ ਤੁਸੀਂ ਵੀ ਕਰਦੇ ਆ। ਤੇ ਇੱਕ ਸ਼ੇਖ ਜ਼ਹੂਰ ਸਾਹਿਬ ਨੇ ਟੋਕ ਖੱਬਾ ਤੋਂ, ਉਹਨਾਂ ਨੇ ਵੀ ਇਹੀ ਕਿਹਾ ਜੀ ਮਾਂ ਦੀ ਖਿਦਮਤ ਕਰੋ। ਇਹ ਤੇ ਮੇਰਾ ਖਿਆਲ ਐਸਾ ਪੈਗਾਮ ਹੈ ਜਿਹੜਾ ਹਰ ਇੱਕ ਦੇ ਦਿਲ ਦੀ ਆਵਾਜ਼ ਹੈ, ਜਿਹੜਾ ਮਾਂ ਨਾਲ ਮੁਹੱਬਤ ਕਰਦਾ ਹੈ। ਤੇ ਮੁਹੱਬਤ ਤੇ ਖਿਦਮਤ ਤੋਂ ਬਗੈਰ ਤਾਂ ਕੋਈ ਮੁਹੱਬਤ ਨਹੀਂ। ਮਾਂ ਦੀ ਖਿਦਮਤ ਕਰੋਗੇ ਤਾਂ ਉੱਥੇ ਹੀ ਮੁਹੱਬਤ ਦਾ ਪਤਾ ਚੱਲੇਗਾ ਨਾ। ਤੇ ਮਾਂ ਦਾ ਦਿਲ ਤੇ ਹੁੰਦਾ ਹੀ ਮੁਹੱਬਤ ਦਾ ਭਰਿਆ ਹੋਇਆ। ਉਹਨਾਂ ਨੇ ਇੱਕ ਫਰਮਾਇਸ਼ ਕੀਤੀ ਹੈ ਮਸੂਦ ਰਾਣੇ ਦੇ, ਤੇ ਅਸੀਂ ਲੱਭ ਰਹੇ ਹਾਂ ਕਿ ਉਹਨਾਂ ਦੀ ਫਰਮਾਇਸ਼ ਤੇ ਜਿਹੜਾ ਉਹਨਾਂ ਨੇ ਕਿਹਾ ਮਾਵਾਂ ਨੂੰ ਤੜਪਾਉਣ ਵਾਲੇ ਕਦੋਂ ਸੁੱਖ ਪਾਉਂਦੇ ਨੇ। ਅਸੀਂ ਦੇਖਦੇ ਹਾਂ, ਅਗਰ ਸਾਨੂੰ ਮਿਲ ਗਿਆ ਤਾਂ ਅਸੀਂ ਜ਼ਰੂਰ ਸੁਣਾ ਦਾਂਗੇ। ਲੇਕਿਨ ਇੱਕ ਹੋਰ ਮਸੂਦ ਰਾਣਾ ਦਾ ਗੀਤ ਹੈ, ਸਾਨੂੰ ਲੱਭਦਿਆਂ ਹੋਇਆ ਇਹਨਾਂ ਦੀ ਫਰਮਾਇਸ਼ ਤੇ ਲੱਭ ਰਹੇ ਸਾਂ ਤੇ ਇੱਕ ਹੋਰ ਸਾਨੂੰ ਗੀਤ ਮਿਲ ਗਿਆ। ਚਲੋ ਅਗਰ ਇਹ ਨਾ ਮਿਲਿਆ ਸਾਨੂੰ ਤੇ ਅਸੀਂ ਫਿਰ ਮਸੂਦ ਰਾਣੇ ਦਾ ਉਹੀ ਮਾਂ ਦੇ ਹਵਾਲੇ ਨਾਲ ਤੁਹਾਨੂੰ ਜ਼ਰੂਰ ਅਸੀਂ ਸੁਣਾ ਦਾਂਗੇ। ਤੇ ਹੁਣ ਅਸੀਂ ਤੁਹਾਨੂੰ ਸੁਣਾਉਂਦੇ ਹਾਂ ਫਰੀਆ ਪਰਵੇਜ਼ ਦੀ ਆਵਾਜ਼ 'ਚ ਇੱਕ ਖੂਬਸੂਰਤ ਜਿਹਾ ਨਗਮਾ, ਉਹ ਵੀ ਮਾਂ ਦੀ ਮੁਹੱਬਤ ਵਿੱਚ। ਲਓ ਜੀ, ਤੁਸੀਂ ਵੀ ਸੁਣੋ, ਅਸੀਂ ਵੀ ਸੁਣਦੇ ਹਾਂ ਤੇ ਪਰਤ ਕੇ ਵਾਪਸ ਆਨੇ। ਲਓ ਜੀ, ਬਿਸਮਿਲ੍ਲਾ, ਜੀ ਆਇਆਂ ਨੂੰ, ਵੈਲਕਮ। ਪਰਤ ਕੇ ਅਸੀਂ ਵੀ ਆ ਗਏ ਹਾਂ। ਔਰ ਲੇਕਿਨ ਤੁਸੀਂ ਤਾਂ ਸਾਡੇ ਨਾਲ ਹੀ ਹੋ ਨਾ, ਲੇਕਿਨ ਜਿਹੜੇ ਨਵੇਂ ਸੁਣਨ ਵਾਲੇ ਸਾਡੇ ਨਾਲ ਸ਼ਾਮਿਲ ਹੋਏ ਨੇ ਉਹ ਜ਼ਰਾ ਸੁਣ ਲੈਣ ਕਿ ਅੱਜ ਸਾਡਾ ਸਰਨਾਮਾ ਜੇ ਮਾਵਾਂ ਠੰਡੀਆਂ ਛਾਵਾਂ। ਇਹਦੇ ਹਵਾਲੇ ਨਾਲ ਤੁਸੀਂ ਸਾਨੂੰ ਕਾਲ ਕਰੋ ਔਰ ਇਹਦੇ ਹਵਾਲੇ ਨਾਲ ਮੈਸੇਜ ਕਰੋ। ਤੇ ਮੈਸੇਜ ਦਾ ਜਿਹੜਾ WhatsApp ਦਾ ਨੰਬਰ ਤੁਹਾਡੇ ਕੋਲ ਹੈ ਨਾ, ਜੇ ਨਹੀਂ ਹੈਗਾ ਤਾਂ ਲਿਖ ਲਓ 051 92 91 521 051 9291 521। ਇਹ ਜੇ WhatsApp ਨੰਬਰ। ਤੇ ਫੋਨ ਤੁਸੀਂ ਕਰੋਗੇ 051 92 91 520 051 9291 520। ਇਹਦੇ ਤੇ ਤੁਸੀਂ ਡਾਇਰੈਕਟ ਕਾਲ ਕਰੋ। ਤੇ ਸਰਨਾਮਾ ਦੱਸ ਹੀ ਦਿੱਤਾ ਕਿ ਮਾਵਾਂ ਠੰਡੀਆਂ ਛਾਵਾਂ। ਇਹ ਪ੍ਰੋਗਰਾਮ ਖੁਸ਼ਬੂ ਹਰ ਜੁਮੇ ਨੂੰ 10 ਤੋਂ 12 ਤੱਕ ਤੁਹਾਡਾ ਦੋਸਤ, ਤੁਹਾਡਾ ਹੋਸਟ ਰਾਸ਼ਿਦ ਹਿਜਾਜ਼ੀ ਤੁਹਾਡੇ ਵਾਸਤੇ ਖੁਸ਼ਬੂ ਲੈ ਕੇ, ਤੁਸੀਂ ਸਾਡੀ ਖੁਸ਼ਬੂ, ਅਸੀਂ ਤੁਹਾਡੀ ਖੁਸ਼ਬੂ। ਠੀਕ ਹੈ। ਤੇ ਇਹ ਜਿਹੜਾ ਖੁਸ਼ਬੂ ਪ੍ਰੋਗਰਾਮ ਹੈ ਨਾ, ਇਹ ਤੁਹਾਡੀ ਖਿਦਮਤ ਪੇਸ਼ ਕੀਤਾ ਜਾ ਰਿਹਾ ਮੇਰੇ ਸਟੇਸ਼ਨ ਡਾਇਰੈਕਟਰ ਨੇ ਨਾਸਿਰ ਅਹਿਮਦ, ਤਾਬਿਸ਼ ਨਕਵੀ ਤੇ ਇਮਰਾਨ ਬੇਗ। ਇਹ ਮੇਰੀ ਪੂਰੀ ਟੀਮ ਹੈ ਜਿਹੜੇ ਬੜੇ ਪਿਆਰ ਦੇ ਨਾਲ ਖੁਸ਼ਬੂ ਤੁਹਾਡੇ ਕੋਲ ਭੇਜਦੇ ਨੇ। ਔਰ ਖੁਸ਼ਬੂ ਆ ਗਈ ਜੇ ਨਾ, ਮੈਨੂੰ ਤੇ ਆ ਗਈ ਤੁਹਾਡੀ ਖੁਸ਼ਬੂ। ਹਾਂਜੀ, ਇਹ ਜਿਹੜੇ ਤੁਹਾਡੇ ਮੈਸੇਜ ਆਉਂਦੇ ਨਾ, ਸੱਚੀ ਗੱਲ ਹੈ, ਖੁਸ਼ਬੂ ਭਰੇ। ਤੇ ਜਿਹੜੀਆਂ ਕਾਲਾਂ ਆਉਂਦੀਆਂ ਉਸ 'ਚ ਵੀ ਖੁਸ਼ਬੂ। ਰਿਜ਼ਵਾਨ ਸਾਹਿਬ F7 ਤੋਂ, ਇਹਨਾਂ ਨੇ ਜਨਾਬ 3 ਮੈਸੇਜ ਕੀਤੇ ਨੇ ਜੀ। ਬਹੁਤ ਸ਼ੁਕਰੀਆ ਜੀ ਕਿ ਤੁਸੀਂ ਪ੍ਰੋਗਰਾਮ ਨੂੰ ਪਸੰਦ ਵੀ ਕਰ ਰਹੇ ਹੋ, ਸਾਡੇ ਨਾਲ ਜੁੜੇ ਵੀ ਹੋਏ ਹੋ, ਆਪਣੇ ਸਾਡੇ ਨਾਲ ਸਾਂਝ ਵੀ ਪਾ ਰਹੇ ਹੋ। ਔਰ ਇਹਨਾਂ ਨੇ ਕਿਹਾ ਜੀ ਪ੍ਰੋਗਰਾਮ ਬੜਾ ਵਧੀਆ ਤੇ ਮੌਜ਼ੂ ਵੀ ਚੰਗਾ ਹੈ। ਮਾਂ ਦਾ ਤੇ ਬੜਾ ਅਨਮੋਲ ਰਿਸ਼ਤਾ ਹੁੰਦਾ। ਬਿਲਕੁਲ ਠੀਕ ਹੈ ਤੁਹਾਡਾ ਕਹਿਣਾ ਕਿ ਅਨਮੋਲ, ਇਹਦਾ ਤਾਂ ਮੁੱਲ ਹੀ ਕੋਈ ਨਹੀਂ। ਮਾਂ ਦਾ ਕਾਹਦਾ ਜੀ, ਇਹ ਵਾਕਈ ਅੱਲਾ ਦਾ ਇੱਕ ਬੜਾ ਹੀ ਅਨਮੋਲ ਤੋਹਫਾ ਹੈ। ਔਰ ਦੇਖੋ ਰਿਜ਼ਵਾਨ ਜੀ, ਜਦੋਂ ਇਸ ਦੁਨੀਆ 'ਚ ਬੰਦਾ ਆਉਂਦਾ ਤਾਂ ਅੱਖ ਖੋਲ੍ਹਦਾ,
ਸਭ ਤੋਂ ਪਹਿਲਾਂ ਮਾਂ ਦੀ ਗੋਦ 'ਚ ਮੁਫਤ 'ਚ ਲੱਭ ਜਾਂਦਾ। ਜਨਮ ਉਹ ਲੈ ਕੇ ਇਹਦਾ ਕੀ ਹੈ ਤੇ ਮੁਫਤ 'ਚ ਲੱਭਦਾ। ਆਉਂਦੇ ਹੀ ਪਹਿਲੇ ਸਾਹ ਦੇ ਨਾਲ ਹੀ ਮਾਂ ਦਾ ਤੁਹਾਡਾ ਵਜੂਦ ਨਾਲ ਮਿਲਿਆ, ਬਲਕਿ ਸਾਹ ਤੋਂ ਪਹਿਲਾਂ ਹੀ, ਆਉਣ ਤੋਂ ਪਹਿਲੇ ਵੀ ਮਾਂ ਦਾ ਵਜੂਦ ਤੇ ਔਲਾਦ ਦਾ ਵਜੂਦ ਇੱਕ ਹੁੰਦਾ। ਇਸ ਤਰ੍ਹਾਂ ਹੀ ਹੈ ਨਾ, ਮਾਂ ਦੇ ਵਜੂਦ ਦਾ ਹਿੱਸਾ ਜਿਗਰ ਗੋਸ਼ਾ ਕਿਹਾ ਜਾਂਦਾ ਨਾ, ਤੇ ਇਹ ਵਾਕਈ ਅਨਮੋਲ ਰਿਸ਼ਤਾ ਹੈ। ਤੇ ਫਿਰ ਜਿਹੜੀ ਤੁਸੀਂ ਗੱਲ ਕਹੀ ਹੈ ਰਿਜ਼ਵਾਨ ਜੀ, ਵਾਕਈ ਬੜੀ ਸੋਹਣੀ ਗੱਲ ਕਹੀ ਹੈ ਕਿ ਤੁਸੀਂ ਕਿਹਾ ਕਿ ਮਾਂ ਹੋਵੇ ਤੇ ਘਰ ਦਾ ਵਿਹੜਾ ਜੰਨਤ ਵਾਲੀ ਥਾਂ ਯਾਰੋ। ਬਿਲਕੁਲ ਸਹੀ ਹੈ, ਜੰਨਤ ਹੈ ਹੀ ਮਾਂ ਦੇ ਨਾਲ। ਘਰ ਵੀ ਤਾਂ ਜੰਨਤ ਦਾ ਹੀ ਬਣਦਾ ਹੈ ਜੀ ਉੱਥੇ ਮਾਂ ਦੀ ਖੁਸ਼ਬੂ ਮੌਜੂਦ ਹੈ, ਮਾਂ ਦਾ ਸਾਇਆ ਮੌਜੂਦ ਹੈ। ਅੱਲਾ ਸਭ ਦੀ ਮਾਵਾਂ ਦਾ ਜਿਹੜਾ ਸਾਇਆ ਸਲਾਮਤ ਰੱਖੇ। ਤੇ ਇੱਕ ਹੋਰ ਮੈਂ ਗੱਲ ਕਹਾਂ ਰਿਜ਼ਵਾਨ ਜੀ, ਤੁਹਾਨੂੰ ਮਿਲਣ ਕਦੋਂ ਆਉਣਾ ਜੀ? ਹਾਂਜੀ, ਇਹ ਆਪਣਾ ਨਾਸਰ ਸਾਹਿਬ ਨੇ ਤੇ ਤਾਬਈ ਸਾਹਿਬ ਨੇ ਤਾਂ ਬੜੀ ਤਾਰੀਫ ਕੀਤੀ ਤੁਹਾਡੀ, ਤੇ ਤੁਹਾਡਾ ਸਾਡਾ ਮਿਲਣਾ ਤਾਂ ਬਣਦਾ ਨਾ। ਦੇਖੋ ਮੈਂ ਆਉਣਾ ਨਾ ਲਾਹੌਰੋਂ ਤੁਹਾਡੇ ਕੋਲ, ਤੇ ਤੁਹਾਡੇ ਜੇ ਸੋਹਣੇ ਬੰਦੇ ਨਾ ਸਾਨੂੰ ਨਾ ਮਿਲਣ ਹੈ ਮੇਰੇ ਵੀਰ ਸੋਹਣੇ, ਤੇ ਤੁਸੀਂ ਦੱਸੋ ਮੈਨੂੰ ਕਦੋਂ ਆਓਗੇ। ਮੈਂ ਤੁਹਾਡੇ ਆ ਜਿਹੜਾ ਨਾ ਫੋਨ ਦਾ ਵੀ ਇੰਤਜ਼ਾਰ ਕਰਦਾ ਜਾਂ ਮੈਸੇਜ ਦਾ, ਜਿਵੇਂ ਵੀ ਮੈਨੂੰ ਦੱਸੋ। ਮੁਲਾਕਾਤ ਜ਼ਰੂਰ ਹੋਣੀ ਚਾਹੀਦੀ। ਰਿਜ਼ਵਾਨ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਇਮਰਾਨ ਸਾਹਿਬ ਨੇ ਇਹਨਾਂ ਕਿਹਾ ਜੀ ਮੈਂ ਨਾਦਰਾ 'ਚ ਕੰਮ ਕਰਦੇ ਨਾਲ ਲਿਖਿਆ ਜੀ ਇਮਰਾਨ ਨਾਦਰਾ। ਹਾਂ ਨਾਦਰਾ ਸਾਡਾ ਠੀਕ ਹੈ, ਮੈਂ ਇੱਕ ਵਾਰ ਕੰਮ ਕਰ, ਲੇਕਿਨ ਇਹਨਾਂ ਆਪਣੀ ਜਗ੍ਹਾ ਨਹੀਂ ਲਿਖੀ। ਚਲੋ ਇੱਥੋਂ ਪਿੰਡੀ ਹੋਣਗੇ ਜਾਂ ਇਸਲਾਮਾਬਾਦ ਤੋਂ ਹੋਣਗੇ। ਇਹਨਾਂ ਨੇ ਕਿਹਾ ਜੀ ਮਾਂ ਤੋਂ ਬਗੈਰ ਘਰ ਜਿਹੜਾ ਨਾ ਉਹ ਖੰਡਰ ਹੁੰਦਾ। ਬਿਲਕੁਲ ਸਹੀ ਗੱਲ ਹੈ, ਜਿਵੇਂ ਮਿਸਿਸ ਸਈਦ ਨੇ ਕਿਹਾ ਸੀ ਕਿ ਮਾਂ ਤੋਂ ਬਗੈਰ ਘਰ ਕਬਰਸਤਾਨ ਹੁੰਦਾ। ਕਬਰਸਤਾਨ ਹੋਵੇ, ਖੰਡਰ ਹੋਵੇ, ਉਜੜਿਆ ਲੱਗਦਾ, ਬਹਾਰ ਹੀ ਕੋਈ ਨਹੀਂ ਹੁੰਦੀ, ਮਾਂ ਦਾ ਵਜੂਦ ਹੀ ਨਹੀਂ ਹੁੰਦਾ ਤੇ ਉਹ ਘਰ 'ਚ। ਬਹਰਹਾਲ ਅੱਲਾਹ ਤਾਲਾ ਸਭ ਦੀ ਮਾਵਾਂ ਨੂੰ ਸਲਾਮਤ ਰੱਖੇ। ਇਹ ਮੈਂ ਬਾਰ ਦੁਆ ਕਰਦਾ। ਔਰ ਜਿਹੜੀਆਂ ਮਾਵਾਂ ਪਰਦਾਪੋਸ਼ ਹੋ ਗਈਆਂ ਨੇ, ਅੱਲਾਹ ਕੋਲ ਚਲੇ ਗਈਆਂ, ਉਹਨਾਂ ਨੂੰ ਅੱਲਾਹ ਤਾਲਾ ਉਹਨਾਂ ਨਾਲ ਇੱਕ ਆਸਾਨੀ ਦਾ ਮਾਮਲਾ ਕਰੇ। ਅੱਲਾਹ ਤਾਲਾ ਉਹਨਾਂ 'ਤੇ ਰਹਿਮ ਕਰੇ। ਔਰ ਇਹ ਔਲਾਦ ਦਾ ਕੰਮ ਹੈ ਕਿ ਆਪਣੀ ਮਾਂ ਵਾਸਤੇ ਦੁਆਵਾਂ ਕਰਦੇ ਰਹਿਣ, ਮਾਂ ਪਿਓ ਵਾਸਤੇ ਦੁਆਵਾਂ ਕਰਦੇ ਰਹਿਣ। ਅੱਲਾਹ ਤਾਲਾ ਮਗਫਰਤ ਫਰਮਾਏ ਤਮਾਮ ਵਾਲदैन ਦੀ ਜਿਹੜੇ ਇਸ ਦੁਨੀਆ ਤੋਂ ਚਲੇ ਗਏ ਨੇ। ਲੋ ਜੀ, ਰਜ਼ੀਆ ਸੁਲਤਾਨਾ ਨੇ ਪਿੰਡੀ ਤੋਂ, ਇਹਨਾਂ ਦੀ ਕਾਲ ਆਈ ਹੈ, ਤੇ ਜਦੋਂ ਕਾਲ ਕਰ ਰਹੇ ਸਨ ਮਾਂ ਦਾ ਜ਼ਿਕਰ ਕਰ ਰਹੀਆਂ ਸਨ, ਤੇ ਬਕਾਇਦਾ ਮਹਿਸੂਸ ਹੋ ਰਿਹਾ ਸੀ ਇਹਨਾਂ ਦੀ ਆਵਾਜ਼ 'ਚ ਇੱਕ ਉਦਾਸੀ ਹੈ, ਬਲਕਿ ਮੈਨੂੰ ਤਾਂ ਇੰਝ ਲੱਗ ਰਿਹਾ ਸੀ ਜਿਵੇਂ ਅਥਰੂ ਵੀ ਇਹਨਾਂ ਦੇ ਆਵਾਜ਼ ਦੇ ਨਾਲ ਹੀ ਆ ਰਹੇ ਨੇ। ਤਾਂ ਉਹਨਾਂ ਕਿਹਾ ਜੀ 25 ਸਾਲ ਹੋ ਗਏ ਨੇ ਮੇਰੀ ਮਾਂ ਅੱਲਾ ਕੋਲ ਚਲੀ ਗਈ ਹੈ, ਤੇ ਇੱਕ ਵੀ ਦਿਹਾੜ ਐਸਾ ਨਹੀਂ ਗੁਜ਼ਰਿਆ ਕਿ ਮੈਨੂੰ ਮਾਂ ਯਾਦ ਨਹੀਂ ਆਈ। ਤੇ ਫਿਰ ਕਹਿਣ ਲੱਗੇ ਕਿ ਮੈਨੂੰ ਉਹ ਵੇਲਾ ਯਾਦ ਹੈ ਜਦੋਂ ਜ਼ਰਾ ਵੀ ਥੋੜ੍ਹੀ ਜਿਹੀ ਵੀ ਕੋਈ ਮਸਲਾ ਤਕਲੀਫ ਹੁੰਦਾ ਸੀ ਤਾਂ ਮਾਂ ਗਲੇ ਨਾਲ ਲਾ ਕੇ ਪਿਆਰ ਕਰਦੀ ਸੀ। ਤੇ ਮੈਨੂੰ ਅੱਜ ਵੀ ਮਹਿਸੂਸ ਹੁੰਦਾ ਕਿ ਮੈਨੂੰ ਮਾਂ ਨੇ ਆਪਣੇ ਗਲੇ ਨਾਲ ਲਗਾਇਆ। ਜਦੋਂ ਵੀ ਹੁੰਦਾ ਨਾ ਤੇ ਮੈਂ ਮਾਂ ਨੂੰ ਯਾਦ ਕਰਦੀ ਹਾਂ। ਰਜ਼ੀਆ ਸੁਲਤਾਨਾ ਜੀ, ਤੁਸੀਂ ਆਪਣੀ ਮਾਂ ਨਾਲ ਜਿਹੜੀ ਮੁਹੱਬਤ ਦਾ ਇਜ਼ਹਾਰ ਕੀਤਾ, ਸੱਚੀ ਗੱਲ ਹੈ। ਇੱਕ ਧੀ ਵਿੱਚ ਵਾਸਤੇ ਆਪਣੀ ਮੁਹੱਬਤ ਦਾ ਜਿਹੜਾ ਪਿਆਰ ਹੈ, ਮੈਨੂੰ ਤੁਹਾਡੀ ਗੱਲਾਂ ਵਿੱਚ, ਤੁਹਾਡੀ ਗੱਲਬਾਤ 'ਚ, ਬਲਕਿ ਤੁਸੀਂ ਜਦੋਂ ਗੱਲ ਕਰ ਰਹੇ ਸੋ ਮੈਨੂੰ ਇੰਝ ਹੀ ਲੱਗ ਰਿਹਾ ਸੀ ਕਿ ਇਹਦੇ ਨਾਲ ਅਥਰੂ ਵੀ ਤੁਸੀਂ ਆਪਣੀ ਮਾਂ ਦੀ ਯਾਦ 'ਚ ਬਹਾ ਰਹੇ ਹੋ। ਅੱਲਾਹ ਤਾਲਾ ਤੁਹਾਨੂੰ ਸਬਰ ਵੀ ਦੇਵੇ ਰਜ਼ੀਆ ਸੁਲਤਾਨਾ ਜੀ, ਔਰ ਤੁਹਾਡੀ ਅੰਮੀ ਨੂੰ ਜਵਾਰੇ ਰਹਿਮਤ ਜਗ੍ਹਾ ਅਤਾ ਫਰਮਾਏ। ਲੋ ਜੀ, ਅਸੀਂ ਹੁਣ ਇੰਝ ਕਰ ਲੈਂਦੇ ਹਾਂ ਕਿ ਇੱਕ ਸੁਣ ਲੈਂਦੇ ਹਾਂ ਮਾਂ ਦੇ ਹਵਾਲੇ ਨਾਲ ਸੋਹਣਾ ਜਿਹਾ ਗੀਤ ਸੁਣ ਲੈਂਦੇ ਹਾਂ। ਤੇ ਉਹ ਨਦੀਮ ਅਬਾਸ ਉਹਨਾਂ ਨੇ ਮਾਂ ਦੇ ਹਵਾਲੇ ਨਾਲ ਬੜਾ ਪਿਆਰਾ ਗਾਇਕੀ, ਬਹੁਤ ਪਿਆਰਾ ਗੀਤ। ਲੋ ਤੁਸੀਂ ਵੀ ਸੁਣੋ ਤੇ ਅਸੀਂ ਵੀ ਸੁਣਦੇ ਹਾਂ ਆਵਾਜ਼ ਨਦੀਮ ਅਬਾਸ ਦੀ। ਜੀ ਵੈਲਕਮ ਬੈਕ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਖੁਸ਼ਬੂ FM 99.4 ਪੰਜਾਬ ਰੰਗ ਤੋਂ। ਪੰਜਾਬ ਰੰਗ ਜ਼ਿੰਦਗੀ ਦੇ, ਤੇ ਜ਼ਿੰਦਗੀ ਦਾ ਜਿਹੜਾ ਸਭ ਤੋਂ ਖੂਬਸੂਰਤ ਰੰਗ ਹੈ ਨਾ, ਉਹ ਮਾਂ ਦਾ ਰੰਗ ਹੁੰਦਾ। ਮਾਵਾਂ ਠੰਡੀਆਂ ਛਾਵਾਂ, ਇਹ ਸਾਡਾ ਅੱਜ ਦਾ ਸਰਨਾਮਾ ਹੈ। ਇਸੇ ਹਵਾਲੇ ਨਾਲ ਹੀ ਮੈਸੇਜ, ਇਸੇ ਹਵਾਲੇ ਨਾਲ ਹੀ ਕਾਲਾਂ, ਤੇ ਇਸੇ ਹਵਾਲੇ ਨਾਲ ਗੀਤ ਔਰ ਨਗਮੇ। ਮਾਵਾਂ ਠੰਡੀਆਂ ਛਾਵਾਂ। ਤੇ ਤੁਸੀਂ ਸਾਨੂੰ WhatsApp ਕਰ ਸਕਦੇ ਹੋ ਔਰ ਕਰ ਵੀ ਰਹੇ ਹੋ। 05192911521 05192911521 ਇਹ WhatsApp ਦਾ ਨੰਬਰ ਹੈ। ਤੇ ਫੋਨ ਕਾਲ 05192911520 05192911520 ਇਹ ਤੁਸੀਂ ਕਾਲ ਨਾਲ ਸਾਂਝ ਪਾ ਸਕਦੇ ਹੋ। ਤੇ ਸਰਨਾਮਾ ਤੁਹਾਨੂੰ ਦੱਸ ਹੀ ਦਿੱਤਾ ਹੈ, ਮਾਵਾਂ ਠੰਡੀਆਂ ਛਾਵਾਂ। ਤੇ ਅਤਰ ਨੇ ਚੱਕੜਿਆਲ ਤੋਂ ਅਜ਼ਰ ਇਹਨਾਂ ਨੇ ਸਾਨੂੰ ਫੋਨ ਕਾਲ ਕੀਤੀ ਹੈ ਤੇ ਸਾਡੇ ਨਾਲ ਸਾਂਝ ਪਾਈ ਹੈ। ਇਹਨਾਂ ਨੇ ਵੀ ਕਿਹਾ ਜੀ ਕਿ ਸਾਨੂੰ ਵੀ ਆਪਣੀ ਮਾਂ ਦੇ ਹਵਾਲੇ ਨਾਲ ਮੁਹੱਬਤ ਔਰ ਪਿਆਰ, ਔਰ ਉਹਨਾਂ ਨੇ ਕਿਹਾ ਜੀ ਕਿ ਮਾਂ ਤੋਂ ਵੱਧ ਤੇ ਕੋਈ ਸ਼ੈ ਨਹੀਂ। ਤੇ ਬਿਲਕੁਲ ਸਹੀ ਹੈ, ਇਹੋ ਹੀ ਮੇਰੇ ਨਾਲ ਸਾਰੇ ਕਹਿ ਰਹੇ, ਇਹੋ ਹੀ ਅਸੀਂ ਕਹਿ ਰਹੇ ਹਾਂ। ਤੇ ਮੁਹੰਮਦ ਪਰਵੇਜ਼ ਮਹਰਾਬਾਦੀ ਇਹਨਾਂ ਨੇ ਵੀ ਸਾਨੂੰ ਫੋਨ ਕੀਤਾ ਔਰ ਫੋਨ ਦੇ ਰਾਹੀਂ
ਮਾਂ ਨਾਲ ਆਪਣੀ ਮੁਹੱਬਤ ਦਾ ਇਜ਼ਹਾਰ ਕੀਤਾ। ਅਜ਼ਹਰ ਜੀ ਤੁਹਾਡਾ ਵੀ ਸ਼ੁਕਰੀਆ, ਪਰਵੇਜ਼ ਸਾਹਿਬ ਮਹਿਰਬਾਦੀ ਤੁਹਾਡਾ ਵੀ ਸ਼ੁਕਰੀਆ। ਤੇ ਆਫਰੀਨ ਨੇ I8 ਇਸਲਾਮਾਬਾਦ ਤੋਂ, ਇਹਨਾਂ ਨੇ ਕਿਹਾ ਜੀ ਮਾਂ ਦੀ ਮੁਹੱਬਤ ਇਸ ਤੋਂ ਵੱਧ ਤੇ ਕੋਈ ਚੀਜ਼ ਨਹੀਂ। ਮੇਰੇ ਕੋਲ ਮਾਂ ਦੀ ਮੁਹੱਬਤ 'ਚ ਅਲਫਾਜ਼ ਨਹੀਂ ਗਏ, ਆਂਸੂ ਨੇ। ਉਹ ਸੁਭਾਨ ਅੱਲਾ, ਕਿਆ ਬਾਤ ਹੈ। ਇਹ ਅਥਰੂ ਵੀ ਤੇ ਫਿਰ ਮਾਂ ਦੀ ਮੁਹੱਬਤ 'ਚ ਹੋਣ ਤੇ ਇਹ ਵੀ ਇੱਕ ਨੇਮਤ ਨੇ, ਇਹ ਵੀ ਇੱਕ ਸਰਮਾਇਆ ਨੇ। ਅਥਰੂ ਆਉਣ ਤੇ ਸਹੀ, ਅਗਰ ਮਾਂ ਦੀ ਮੁਹੱਬਤ 'ਚ ਆ ਗਏ ਨੇ ਤੇ ਅੱਲਾਹ ਤਾਲਾ ਉਹ ਮਾਂ ਦੇ ਵਾਸਤੇ ਬਾਇਸ ਅਜਰ ਨੇ। ਕਿਉਂਕਿ ਜਦੋਂ ਆਂਸੂ ਆਉਂਦੇ ਨੇ ਤੇ ਬੰਦਾ ਨਾਲ ਦੁਆ ਵੀ ਕਰਦਾ, ਤੇ ਦੁਆ ਜਦੋਂ ਮਾਂ ਵਾਸਤੇ ਕੀਤੀ ਜਾਏ ਤੇ ਇਹ ਫਿਰ ਸਦਕਾ ਜਾਰੀਆ ਬਣ ਜਾਂਦੀ ਹੈ। ਔਰ ਅੱਲਾਹ ਕਰੇ ਕਿ ਔਲਾਦ ਜਿਨ੍ਹਾਂ ਦੇ ਮਾਂ ਪਿਓ ਚਲੇ ਗਏ ਨੇ, ਉਹਨਾਂ ਦੀ ਔਲਾਦ ਇਹ ਆਪਣੇ ਮਾਂ ਪਿਓ ਵਾਸਤੇ ਸਦਕਾ ਜਾਰੀਆ ਸਾਬਤ ਹੋਵੇ। ਤੇ ਇਹਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਜੀ ਕਿ ਜਦੋਂ ਦੁੱਖ ਦਾ ਵਕਤ ਹੁੰਦਾ ਨਾ, ਉਦੋਂ ਰੱਬ ਯਾਦ ਆਉਂਦਾ ਤੇ ਮਾਂ ਯਾਦ ਆਉਂਦੀ ਹੈ। ਬੜੀ ਸੋਹਣੀ ਗੱਲ ਆਫਰੀਨ ਜੀ ਤੁਸੀਂ ਸ਼ੇਅਰ ਕੀਤੀ ਹੈ। ਔਰ ਸਾਨੂੰ ਸੱਚੀ ਗੱਲ ਹੈ ਕਿ ਜਦੋਂ ਅਸੀਂ ਇਹ ਮਾਂ 'ਤੇ ਪ੍ਰੋਗਰਾਮ ਕਰ ਰਹੇ ਹਾਂ, ਇਹ ਪ੍ਰੋਗਰਾਮ ਅਲਫਾਜ਼ ਨਾਲ ਨਹੀਂ ਹੋ ਰਿਹਾ। ਤੁਸੀਂ ਕਹਿੰਦੇ ਮੇਰੇ ਕੋਲ ਅਲਫਾਜ਼ ਨਹੀਂ, ਤੇ ਅਲਫਾਜ਼ ਸਾਡੇ ਕੋਲ ਕੋਈ ਨਹੀਂ। ਇਹ ਤੇ ਦਿਲ ਦੀ ਮੁਹੱਬਤ ਔਰ ਪਿਆਰ ਹੈ, ਉਹ ਜਜ਼ਬਾਤ ਨੇ, ਅਲਫਾਜ਼ ਨਹੀਂ, ਇਹ ਜਜ਼ਬਾਤ ਨੇ। ਇਹ ਆਂਸੂਆਂ ਦੇ ਜ਼ਰੀਏ ਹੋਣ ਜਾਂ ਤੁਸੀਂ ਜਦੋਂ ਉਹਨਾਂ ਨੂੰ ਯਾਦ ਕਰ ਰਹੇ ਹੋ ਨਾ, ਕਿਸੇ ਵੀ ਰੰਗ 'ਚ ਯਾਦ ਕਰੋ, ਔਰ ਮਾਂ ਨੂੰ ਯਾਦ ਕਰ ਰਹੇ ਹੋ। ਔਰ ਮਾਂ ਅੱਲਾਹ ਨੇ ਦੇਖੋ ਆਪਣੀ ਮੁਹੱਬਤ ਦਾ ਇੱਕ ਗੱਲ ਮੈਨੂੰ ਯਾਦ ਆਈ ਹੈ ਕਿ ਅੱਲਾਹ ਨੇ ਜਦੋਂ ਆਪਣੀ ਮੁਹੱਬਤ ਦਾ ਜ਼ਿਕਰ ਕੀਤਾ ਨਾ, ਤੇ ਉਹ ਵੀ ਰੈਫਰੈਂਸ ਮਾਂ ਦਾ ਦਿੱਤਾ ਹੈ ਕਿ ਮੈਂ 70 ਮਾਵਾਂ ਨਾਲੋਂ ਤੁਹਾਨੂੰ ਜ਼ਿਆਦਾ ਪਿਆਰਾ। ਯਾਨੀ ਕਿ ਆਪਣੀ ਪਿਆਰ ਮੁਹੱਬਤ ਦਾ ਪੈਮਾਨਾ ਜਿਹੜਾ ਨਾ, ਉਹ ਮਾਂ ਦੀ ਮੁਹੱਬਤ ਰੱਖੀ ਹੈ। ਸੁਬਹਾਨ ਅੱਲਾ। ਤੇ ਆਫਰੀਨ ਜੀ ਤੁਸੀਂ ਜਿਸ ਤਰ੍ਹਾਂ ਕਿਹਾ ਨਾ ਕਿ ਮੇਰੇ ਕੋਲ ਅਲਫਾਜ਼ ਨਹੀਂ, ਆਂਸੂ ਨਹੀਂ, ਐਸਾ ਫਿਕਰਾ ਸੱਚੀ ਗੱਲ ਹੈ, ਸਿੱਧਾ ਦਿਲ 'ਚ ਗਿਆ। ਅੱਲਾਹ ਤਾਲਾ ਤੁਹਾਡੇ ਇਹਨਾਂ ਆਂਸੂਆਂ ਨੂੰ ਕਬੂਲ ਕਰੇ। ਔਰ ਜਿਹੜੀ ਮਾਂ ਦੀ ਮੁਹੱਬਤ 'ਚ ਤੁਸੀਂ ਸਾਡੇ ਨਾਲ ਸ਼ੇਅਰ ਕੀਤਾ, ਅਸੀਂ ਤੁਹਾਡਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। CDA ਤੋਂ ਮੋਹਸਨ ਅਲੀ ਨੇ, ਇਹਨਾਂ ਦੇ ਨਾਲ ਪਰਵੇਜ਼ ਵੀ ਨੇ ਤੇ ਰਾਜਾ ਗਜ਼ਨਫਰ ਵੀ ਨੇ। ਉਹਨਾਂ ਨੇ ਵੀ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਟੌਪਿਕ ਹੈ, ਸਰਨਾਮਾ ਹੈ, ਇਹਨੂੰ ਬੜਾ ਸਰਾਹਿਆ ਤੇ ਇਹਨਾਂ ਕਹਾ ਜੀ ਪ੍ਰੋਗਰਾਮ ਅੱਛਾ ਹੈ। ਮੋਹਸਨ ਅਲੀ ਜੀ, ਪਰਵੇਜ਼ ਜੀ ਤੇ ਰਾਜਾ ਗਜ਼ਨਫਰ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਅੰਬਰੀ ਇਸਲਾਮਾਬਾਦ ਤੋਂ, ਇਹਨਾਂ ਨੇ ਵੀ ਕਿਹਾ ਜੀ ਕਿ ਮੇਰੇ ਕੋਲ ਮਾਂ ਦੀ ਤਾਰੀਫ ਵਾਸਤੇ ਅਲਫਾਜ਼ ਨਹੀਂ। ਉਹੀ ਗੱਲ ਪਹਿਲੋਂ ਆਫਰੀਨ ਨੇ ਕਹੀ ਹੈ, ਤੇ ਮੇਰੇ ਖਿਆਲ ਧੀਆਂ ਕੋਲ ਨਾ ਵਾਕਈ ਗੱਲ ਹੈ, ਮਾਂ ਦੀ ਮੁਹੱਬਤ ਵਾਸਤੇ ਜਦੋਂ ਫਿਰ ਦਿਲ ਦੀਆਂ ਧੜਕਣਾਂ ਹੁੰਦੀਆਂ ਨਾ, ਉਹੀ ਮਾਂ ਦੀ ਮੁਹੱਬਤ ਦੀ ਅਮੀਨ ਹੁੰਦੀਆਂ। ਤੇ ਅੰਬਰੀਨ ਜੀ ਤੁਸੀਂ ਵਾਕਈ ਜਿਹੜੀ ਗੱਲ ਕਰ ਰਹੇ ਹੋ ਨਾ, ਇਹ ਐਸੀ ਗੱਲ ਹੈ ਕਿ ਫਿਰ ਜਿਹੜੀ ਮਾਂ ਨਾਲ ਮੁਹੱਬਤ ਹੈ, ਲਫ਼ਜ਼ੀ ਮੁਹੱਬਤ ਥੋੜ੍ਹੀ ਹੁੰਦੀ ਹੈ, ਇਹ ਤਾਂ ਕਲਬੀ ਮੁਹੱਬਤ ਹੁੰਦੀ ਹੈ। ਲਫ਼ਜ਼ੀ ਤਾਂ ਹੁੰਦੀ ਨਹੀਂ, ਇਹ ਤਾਂ ਹੁੰਦੀ ਕਲਬੀ ਹੈ। ਤੇ ਦਿਲ ਦੀ ਧੜਕਣ 'ਚ ਅਗਰ ਮਾਂ ਦੀ ਮੁਹੱਬਤ ਸਮਾਈ ਹੈ ਨਾ, ਤੇ ਦਿਲ ਫਿਰ ਬੜਾ ਕੀਮਤੀ ਹੈ। ਅੰਬਰੀ ਜੀ ਤੁਹਾਡਾ ਸ਼ੁਕਰੀਆ ਸਾਡੇ ਨਾਲ ਸਾਂਝ ਪਾਉਣ ਦਾ। ਰਿਜ਼ਵਾਨ ਸਾਹਿਬ ਨੇ, ਇਹਨਾਂ ਦਾ ਪਹਿਲੇ ਵੀ ਮੈਸੇਜ ਆਇਆ ਸੀ, ਸਾਡੇ ਆਰਜੇ ਵੀ ਨੇ, ਤੇ ਉਹਨਾਂ ਨੇ ਇੱਕ ਮੈਂ ਖਾਹਿਸ਼ ਦਾ ਇਜ਼ਹਾਰ ਕੀਤਾ ਸੀ, ਚੂँਕਿ ਇਹਨਾਂ ਦੀ ਤਾਰੀਫ ਬੜੀ ਸੁਣੀ ਸੀ ਮੈਂ ਨਾਸਿਰ ਕੋਲੋਂ ਤੇ ਤਾਬਿਸ਼ ਕੋਲੋਂ, ਤੇ ਮੈਂ ਕਿਹਾ ਜੀ ਇਹੋ ਜਿਹੇ ਸੋਹਣੇ ਬੰਦੇ ਮੌਜੂਦ ਨੇ ਤੇ ਉਹਨਾਂ ਨੂੰ ਮਿਲਣਾ ਚਾਹੀਦਾ। ਤੇ ਇਹਨਾਂ ਕਿਹਾ ਜੀ ਮਿਲਣਾ ਬਾਇਸੇ ਸਾਦਤ ਹੋਏਗਾ, ਤੇ ਨਾਲ ਇੱਕ ਮੈਂ ਮੁਸ਼ਤਾਕ ਦੀਦਾਰ ਦੀ ਹਾਂ। ਵੈਲਕਮ ਜੀ ਰਿਜ਼ਵਾਨ ਜੀ। ਫਿਰ ਮੈਨੂੰ ਨਾ ਅਗਲੇ ਜੁਮੇ ਉਡੀਕ ਰਹੇਗੀ। ਅੱਜ ਤਾਂ ਜ਼ਾਹਿਰ ਹੈ ਕਿ ਨਹੀਂ ਮੁਲਾਕਾਤ ਹੋ ਸਕਦੀ, ਲੇਕਿਨ ਅਗਲੇ ਜੁਮੇ ਮੇਰਾ ਦਿਲ ਚਾਹੇਗਾ ਕਿ ਤੁਸੀਂ ਤਸ਼ਰੀਫ ਲਿਆਓ ਤੇ ਸਟੂਡੀਓ 'ਚ। ਠੀਕ ਹੈ ਨਾ, ਤੁਹਾਡਾ ਵੀ ਆਪਣਾ ਸਟੂਡੀਓ, ਤੁਹਾਡੇ ਵਾਸਤੇ ਕਿਹੜਾ ਕੋਈ ਅਜਨਬੀ ਗੱਲ ਹੈ, ਲੇਕਿਨ ਤੁਹਾਡੇ ਨਾਲ ਚਲੋ ਮੁਲਾਕਾਤ ਹੋ ਜਾਏਗੀ। ਰਿਜ਼ਵਾਨ ਜੀ ਤੁਹਾਡਾ ਬੜਾ ਬੜਾ ਸ਼ੁਕਰੀਆ। ਇਸਰਾਰ ਅਹਿਮਦ ਅਬਾਸੀ ਗੌਰੀ ਟਾਊਨ ਤੋਂ, ਇਹਨਾਂ ਨੇ ਕਾਲ ਕੀਤੀ ਹੈ, ਸਾਂਝ ਪਾਈ ਸਾਡੇ ਨਾਲ। ਉਹਨਾਂ ਨੇ ਕਿਹਾ ਜੀ ਮਾਂ ਤੋਂ ਬਗੈਰ ਕੁਛ ਨਹੀਂ, ਤੇ ਕਾਸ਼ ਮੇਰੀ ਮਾਂ ਜ਼ਿੰਦਾ ਹੁੰਦੀ। ਉਹ ਮਾਂ ਜ਼ਿੰਦਾ ਹੀ ਰਹੇ, ਜੇ ਅੱਲਾ ਕੋਲ ਵੀ ਚਲੀ ਗਿਆ, ਤੁਹਾਡੇ ਦਿਲਾਂ ਹੀ ਜ਼ਿੰਦਾ ਨਾ, ਮਾਂ ਜ਼ਿੰਦਾ ਹੀ ਰਹੇ। ਮਾਂ ਵਾਸਤੇ ਜਿਹੜੇ ਲਫ਼ਜ਼ ਨਾ, ਠੀਕ ਹੈ ਉਹਨਾਂ ਦਾ ਵਜੂਦ ਤਾਂ ਨਜ਼ਰ ਨਹੀਂ ਆ ਰਿਹਾ, ਲੇਕਿਨ ਮਾਂ ਦੀ ਦੁਆਵਾਂ, ਜਿੰਨਾ ਮਾਂ ਦੀ ਦੁਆਵਾਂ ਲਈਆਂ ਨਾ, ਸੱਚੀ ਗੱਲ ਹੈ ਉਹ ਜ਼ਿੰਦਗੀ ਭਰ ਮਾਂ ਦੀ ਦੁਆਵਾਂ ਨਾਲ ਹੀ ਰਹਿੰਦੀਆਂ। ਪਰ ਅੱਲਾਹ ਤਾਲਾ ਤੁਹਾਡੀ ਮਾਂ ਦੇ ਦਰਜਾਤ ਬੁਲੰਦ ਕਰੇ, ਔਰ ਅੱਲਾਹ ਕਰੀਮ ਉਹਨਾਂ ਨੂੰ ਆਪਣੀ ਜਵਾਰੇ ਰਹਿਮਤ ਜਗ੍ਹਾ ਦੇ, ਤੁਹਾਨੂੰ ਸਬਰ ਅਤਾ ਫਰਮਾਏ, ਔਰ ਮਾਂ ਦੀ ਯਾਦ ਜਿਹੜੀ ਹੈ ਤੁਹਾਡੇ ਦਿਲ 'ਚ ਹਮੇਸ਼ਾ ਇਸੇ ਤਰ੍ਹਾਂ ਹੀ ਰਵੇ। ਲਓ ਜੀ, ਮਾਵਾਂ ਠੰਡੀਆਂ ਛਾਵਾਂ, ਇਹ ਸਾਡਾ ਅੱਜ ਦਾ ਸਰਨਾਮਾ ਹੈ, ਤੇ ਤੁਸੀਂ ਸਾਡੇ ਨਾਲ ਸਾਂਝ ਪਾ ਰਹੇ ਹੋ। WhatsApp ਨੰਬਰ ਹੈ 051 92 91 521, ਤੇ ਕਾਲ ਹੈ 051 92 91 520। ਤੇ ਹੁਣ ਅਸੀਂ ਕਹਿੰਦੇ ਨੇ ਮਾਵਾਂ ਠੰਡੀਆਂ ਛਾਵਾਂ, ਇਹ ਸਰਨਾਮਾ ਹੈ, ਤੇ ਇਹ ਬੜੇ ਅੱਛੇ ਅੰਦਾਜ਼ ਨਾਲ ਗੀਤ ਵੀ ਗਾਇਆ, ਮਾਵਾਂ ਠੰਡੀਆਂ ਛਾਵਾਂ, ਮਸੂਦ ਰਾਣਾ ਨੇ। ਲੋ ਸੁਣੋ, ਮਾਵਾਂ ਠੰਡੀਆਂ ਛਾਵਾਂ, ਆਵਾਜ਼ ਮਸੂਦ ਰਾਣਾ ਜੀ। ਵੈਲਕਮ ਬੈਕ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਖੁਸ਼ਬੂ FM 99.4 ਪੰਜਾਬ ਰੰਗ, ਤੇ ਰੰਗ ਜ਼ਿੰਦਗੀ ਦੇ। ਤੇ ਜ਼ਿੰਦਗੀ ਦਾ ਜਿਹੜਾ ਸਭ ਤੋਂ ਸੋਹਣਾ ਰੰਗ ਹੈ ਨਾ, ਉਹ ਮਾਂ ਦਾ ਰੰਗ ਹੈ।
ਤੇ ਅੱਜ ਅਸੀਂ ਮਾਂ ਦੇ ਹਵਾਲੇ ਨਾਲ ਪ੍ਰੋਗਰਾਮ ਪੇਸ਼ ਕਰ ਰਹੇ ਹਾਂ ਕਿ ਮਾਵਾਂ ਠੰਡੀਆਂ ਛਾਵਾਂ। ਸਾਨੂੰ ਸਾਂਝ ਪਾ ਰਹੇ ਹੋ ਮੈਸੇਜ ਦੇ ਰਾਹੀਂ WhatsApp 05192919521 ਇਹ WhatsApp ਦਾ ਨੰਬਰ ਹੈ। ਤੁਹਾਡੇ ਸਾਨੂੰ ਮੈਸੇਜ ਆ ਰਹੇ ਨੇ ਐਸੇ ਮੌਜੂ 'ਤੇ ਸਰਦਾਵਾਂ ਮਾਵਾਂ ਠੰਡੀਆਂ ਛਾਵਾਂ 05192919521 ਤੇ ਕਾਲ ਵੀ ਡਾਇਰੈਕਟ ਤੁਸੀਂ ਸਾਡੇ ਨਾਲ ਸਾਂਝ ਪਾਉਂਦੇ ਹੋ, ਸਾਡੇ ਨਾਲ ਗੱਲਬਾਤ ਕਰਦੇ ਹੋ। ਔਰ ਸਰਦਾਵਾਂ ਇਹੋ ਹੀ ਹੈ ਮਾਵਾਂ ਠੰਡੀਆਂ ਛਾਵਾਂ ਤੇ ਕਾਲ ਨੰਬਰ 05192919520 05192919520। ਇਹ ਜਦੋਂ ਅਸੀਂ ਪ੍ਰੋਗਰਾਮ ਪੇਸ਼ ਕਰ ਰਹੇ ਸਾਂ ਅਤੇ ਇਸ ਪ੍ਰੋਗਰਾਮ ਦੇ ਹਵਾਲੇ ਨਾਲ ਜ਼ਾਹਰ ਵਿੱਚ ਜਦੋਂ ਅਸੀਂ ਆਪਸ ਦੀ ਟੀਮ ਗੱਲਬਾਤ ਕਰਦੇ ਹਾਂ, ਕਮੈਂਟਸ ਵੀ ਕਰਦੇ ਹਾਂ, ਔਰ ਮਾਵਾਂ ਹਰ ਇੱਕ ਨੂੰ ਆਪਣੀ ਮਾਂ ਯਾਦ ਆਉਂਦੀ ਨੇ, ਭੁੱਲਦੀ ਤਾਂ ਨਹੀਂ। ਜਿਹੜੀਆਂ ਜ਼ਿੰਦਾ ਨੇ ਉਹ ਖਾਸ ਤੌਰ 'ਤੇ ਸਾਹਮਣੇ ਹੁੰਦੀਆਂ, ਇੱਕ ਇੱਕ ਲਮਹਾ ਦਿਲ ਕਰਦਾ ਕਿ ਉਹ ਸਾਡੇ ਕੋਲ ਹੋਣ, ਅਸੀਂ ਉਹਨਾਂ ਦੀ ਖਿਦਮਤ ਕਰੀਏ। ਅਤੇ ਬਾਅਦ ਕਰ ਫਿਰ ਇਸ ਤਰ੍ਹਾਂ ਹੁੰਦਾ, ਮਜਬੂਰੀ ਹੁੰਦੀ ਹੈ ਕਿ ਜੋਬ ਵਾਸਤੇ, ਆਪਣੀ ਕੰਮ ਕਾਜ ਵਾਸਤੇ ਘਰੋਂ ਬਾਹਰ ਆਉਣਾ ਪੈਂਦਾ, ਦੂਜੇ ਸ਼ਹਿਰ 'ਚ ਵੀ ਆਉਣਾ ਪੈਂਦਾ। ਲੇਕਿਨ ਮਾਵਾਂ ਦਾ ਦਿਲ ਜਿਹੜਾ ਨਾ ਉਹ ਔਲਾਦ ਨਾਲ ਹੁੰਦਾ ਹੈ, ਬਲਕਿ ਵੱਧ ਕੇ ਹੁੰਦਾ। ਔਲਾਦ ਵੀ ਯਾਦ ਕਰਦੀ ਹੈ, ਲੇਕਿਨ ਮਾਵਾਂ ਤਾਂ ਫਿਰ ਕਿਸੇ ਵਕਤ ਨਹੀਂ ਭੁੱਲਦੀਆਂ ਨਾ। ਲੇਕਿਨ ਜਿਹੜੀ ਫਰਮਾ ਬਰਦਾਰ ਔਲਾਦ ਹੈ ਉਹ ਵੀ ਆਪਣੀ ਮਾਂ ਨਾਲ ਜੁੜੇ ਹੀ ਰਹਿੰਦੇ ਨੇ, ਬੇਸ਼ੱਕ ਉਹ ਸ਼ਹਿਰੋਂ ਬਾਹਰ ਹੋਣ, ਦੂਜੀ ਜਗ੍ਹਾ 'ਤੇ ਹੋਣ, ਕੰਮ ਕਾਜ ਕਰ ਰਹੇ ਹੋਣ, ਅਤੇ ਆਪਣੀ ਮਾਵਾਂ ਦੀਆਂ ਤਜ਼ਕਿਰੇ ਦੀ ਯਾਦਾਂ ਤੇ ਆਉਂਦੀਆਂ। ਅਤੇ ਅੱਜ ਅਸੀਂ ਜਦੋਂ ਪ੍ਰੋਗਰਾਮ ਕਰ ਰਹੇ ਸਾਂ, ਮੇਰੇ ਕੋਲ ਬੈਠੇ ਸਨ ਮੇਰੇ ਸਟੇਸ਼ਨ ਡਾਇਰੈਕਟਰ ਨਾਸਿਰ ਸਾਹਿਬ, ਅਤੇ ਉਹ ਵੀ ਜ਼ਾਹਿਰ ਹੈ ਇਹ ਮਾਂ ਦਾ ਵਜੂਦ ਹੀ ਐਸਾ ਹੈ, ਮਾਂ ਦਾ ਟੌਪਿਕ ਹੀ ਐਸਾ, ਮਾਂ ਦੀ ਗੱਲਬਾਤ ਕਿ ਕਿਵੇਂ ਬੰਦਾ ਰਹਿ ਸਕਦਾ ਮਾਂ ਤੋਂ ਲਾ ਤਾਲੁਕ। ਅਤੇ ਦੂਜੀ ਮੈਂ ਗੱਲ ਦੱਸਦਾ ਕਿ ਅਸੀਂ ਜਦੋਂ ਪ੍ਰੋਗਰਾਮ ਕਰਦੇ ਹਾਂ ਇਹਦੇ 'ਚ ਕੋਈ ਇਸ ਕਿਸਮ ਦਾ ਕੋਈ ਤਕੱਲਫ ਜਾਂ ਫਾਰਮੈਲਿਟੀ ਨਹੀਂ ਹੁੰਦੀ, ਇੱਕ ਫਿਤਰੀ ਅੰਦਾਜ਼ ਨਾਲ। ਅਤੇ ਜਦੋਂ ਆਪਾਂ ਅਸੀਂ ਗੱਲਬਾਤ ਕਰਦੇ ਹਾਂ ਮਾਵਾਂ, ਜਦੋਂ ਕਹਿੰਦੇ ਨੇ ਮਾਵਾਂ ਠੰਡੀਆਂ ਛਾਵਾਂ, ਫਿਰ ਇੱਕ ਹੋਰ ਵੀ ਗੱਲ ਹੈ ਕਿ ਮਾਵਾਂ ਸਾਂਝੀਆਂ ਹੁੰਦੀਆਂ ਨੇ। ਅਤੇ ਜਦੋਂ ਇੱਕ ਦੋਸਤ ਗੱਲ ਕਰ ਰਿਹਾ ਆਪਣੀ ਮਾਂ ਦਾ, ਤਾਂ ਇੰਝ ਲੱਗਦਾ ਕਿ ਆਪਣੀ ਮਾਂ ਦੀ ਮੁਹੱਬਤ ਵੀ ਉਹ 'ਚ ਸ਼ਾਮਲ ਹੈ। ਅਤੇ ਅੱਜ ਉਹ ਨਾਸਿਰ ਮੇਰੇ ਨਾਲ ਗੱਲ ਕਰ ਰਹੇ ਸਨ ਮਾਂ ਦੇ ਹਵਾਲੇ ਨਾਲ, ਬਲਕਿ ਸੱਚੀ ਗੱਲ ਹੈ, ਮੈਂ ਪਿਛਲੀ ਦਫਾ ਹੀ ਬੈਠੇ ਸਨ ਅਤੇ ਇਹੀ ਸਾਡਾ ਜ਼ਿਕਰ ਸੀ। ਅਤੇ ਉਹਨਾਂ ਨੇ ਗੱਲ ਮੈਨੂੰ ਬੜੀ ਸੋਹਣੀ ਲੱਗੀ ਅਤੇ ਮੈਂ ਚਾਹਾਂਗਾ ਸ਼ੇਅਰ ਕਰ ਦੇਵਾਂ ਕਿ ਅੱਲਾਹ ਤਾਲਾ ਉਹਨਾਂ ਦੀ ਵਾਲਦਾ ਨੂੰ ਸਿਹਤ ਅਤਾ ਫਰਮਾਏ। ਬਿਮਾਰ ਨੇ, ਬਿਮਾਰ ਵੀ ਨੇ, ਇੱਕ ਫਾਲਿਜ ਦੀ ਮਰੀਜ਼ਾ, ਫਾਲਿਜ ਉਹਨਾਂ ਨੂੰ ਹੋਇਆ। ਅਤੇ ਦੁਆ ਤਾਂ ਹਰ ਵਕਤ ਹੁੰਦੀ ਹੈ ਸਭ ਦੀ ਮਾਵਾਂ ਵਾਸਤੇ। ਲੇਕਿਨ ਨਾਸਿਰ ਦੀ ਮੈਨੂੰ ਬੜੀ ਸੋਹਣੀ ਗੱਲ ਲੱਗੀ। ਉਹਨੇ ਕਿਹਾ ਜੀ ਮੈਂ ਤਾਂ ਆਪਣੀ ਮਾਂ ਨਾਲ ਖੇਡਦਾ ਖਿਲਾਉਂਦਾ, ਮੈਂ ਉਹਨਾਂ ਦੀ ਸੈਰ ਕਰਾਉਣ ਜਾਂਦਾ। ਦੇਖੋ ਜਿਵੇਂ ਮਾਂ ਪਿਓ ਨੇ ਖਿਡਾਇਆ ਹੁੰਦਾ ਨਾ ਬਚਪਨ 'ਚ ਵਾਲਦੈਨ ਨੂੰ, ਜਦੋਂ ਵਾਲਦੈਨ ਬਜ਼ੁਰਗ ਹੋ ਜਾਣ ਤਾਂ ਆਪ ਤੁਸੀਂ ਜਵਾਨ ਹੋ ਜਾਓ, ਫਿਰ ਵਾਲਦੈਨ ਨੂੰ ਉਸੇ ਤਰ੍ਹਾਂ ਸੰਭਾਲੀਦਾ, ਉਸੇ ਤਰ੍ਹਾਂ ਵਾਲਦੈਨ ਦੀ ਜਿਹੜੀ ਨਾ ਲਾਡ ਪਿਆਰ ਕਰੀਦਾ। ਅਤੇ ਮੈਨੂੰ ਬੜੀ ਸੋਹਣੀ ਗੱਲ ਲੱਗੀ ਨਾਸਿਰ ਅਹਿਮਦ ਜਿਹੜੇ ਸਾਡੇ ਸਟੇਸ਼ਨ ਡਾਇਰੈਕਟਰ ਨੇ। ਉਹਨੇ ਕਿਹਾ ਜੀ ਮੈਂ ਆਪਣੀ ਮਾਂ ਨੂੰ ਨਾ ਸੈਰ ਕਰਾਉਣ ਲੈ ਕੇ ਜਾਣਾ, ਮਾਂ ਨਾਲ ਗੱਲਾਂ ਬਾਤਾਂ ਕਰਦਾ, ਮਾਂ ਨਾਲ ਪਿਆਰ ਮੁਹੱਬਤ ਕਰਦਾ, ਮਾਂ ਨਾਲ ਜਿਵੇਂ ਚਾਹ ਕਰਦਾ ਅਤੇ ਮਾਂ ਮੇਰੇ ਨਾਲ ਚਾਹ ਕਰਦੀ ਹੈ। ਅਤੇ ਇਹ ਐਸੀਆਂ ਗੱਲਾਂ ਨੇ ਜਿਹੜੀਆਂ ਮੈਂ ਇਸ ਵਾਸਤੇ ਜ਼ਿਕਰ ਕਰਦਾ ਕਿ ਮੇਰੇ ਵੀ ਦਿਲ ਦੀ ਇਹੋ ਜਿਹੀ ਕੈਫੀਅਤ ਹੈ। ਔਰ ਮੈਂ ਸਭ ਨੂੰ ਇੱਕੋ ਗੱਲ ਕਹਿਣਾ ਕਿ ਯਾਰ ਬਾਕੀ ਸਾਰੀਆਂ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ, ਜਿੰਨੇ ਬਖੇੜੇ ਨੇ ਜ਼ਿੰਦਗੀ ਦੇ ਅਤੇ ਮੁੱਕਦੇ ਨਹੀਂ, ਲੇਕਿਨ ਇਹਦੇ 'ਚ ਜਿਹੜੀ ਪਹਿਲੀ ਪ੍ਰਾਇਰਟੀ ਹੈ ਤੁਸੀਂ ਮਾਂ ਨੂੰ ਦੇਣੀ ਹੈ। ਅਤੇ ਜਿਹੜੇ ਮਾਂ ਨੂੰ ਪਹਿਲੀ ਪ੍ਰਾਇਰਟੀ ਦਿੰਦੇ ਨੇ ਮੈਨੂੰ ਬੜੇ ਪਿਆਰੇ ਲੱਗਦੇ ਨੇ। ਔਰ ਇਸੇ ਵਾਲੇ ਨਾਲ ਮੈਨੂੰ ਨਾਸਿਰ ਅਹਿਮਦ ਹੀ ਬਹੁਤ ਪਿਆਰੇ ਲੱਗਦੇ ਨੇ। ਮੇਰੀਆਂ ਬਹੁਤ ਸਾਰੀਆਂ ਦੁਆਵਾਂ ਨਾਸਿਰ ਵਾਸਤੇ ਵੀ ਅਤੇ ਨਾਸਿਰ ਦੀ ਅੰਮੀ ਜੀ ਵਾਸਤੇ ਵੀ ਇਸੇ ਤਰ੍ਹਾਂ ਹੀ ਮੈਂ ਦੁਆ ਕਰ ਰਿਹਾ, ਜਿਸ ਤਰ੍ਹਾਂ ਆਪਣੀ ਮਾਂ ਵਾਸਤੇ ਦੁਆ ਕਰੀਦੀ ਹੈ ਕਿ ਅੱਲਾਹ ਤਾਲਾ ਉਹਨੂੰ ਸਿਹਤ ਅਤਾ ਫਰਮਾਏ, ਤੰਦਰੁਸਤੀ ਦੇਵੇ, ਉਹ ਖੁਸ਼ੀਆਂ ਦੇਖਣ, ਆਪਣੀ ਬਹਾਰ ਦੇਖਣ, ਆਪਣੇ ਬੱਚਿਆਂ ਦੀ, ਆਪਣੇ ਪੋਤੇ ਪੋਤੀਆਂ ਦੀ ਬਹਾਰ ਦੇਖਣ, ਰੌਣਕ ਦੇਖਣ। ਔਰ ਇਹੋ ਹੀ ਦੁਆਵਾਂ ਨੇ ਮੇਰੀ ਦਿਲੋਂ ਦੁਆਵਾਂ ਨਹੀਂ ਕਰੀਆਂ। ਇਸੇ ਤਰ੍ਹਾਂ ਮੈਂ ਸਾਰੇ ਮੈਨੂੰ ਉਹਨੇ ਸਾਡੇ ਨੇ ਇਮਰਾਨ ਬੇਗ ਸਾਡੀ ਟੀਮ ਦਾ ਹਿੱਸਾ ਨੇ, ਉਹਨਾਂ ਨਾਲ ਮੇਰੀ ਗੱਲਬਾਤ ਹੋ ਰਹੀ ਸੀ। ਮੈਂ ਕਿਹਾ ਦੱਸੋ ਹਾਂ ਆਪਣੀ ਮਾਂ ਦੀ ਗੱਲਬਾਤ। ਉਹਨੇ ਕਿਹਾ ਜੀ ਮਾਂ ਦੀ ਤਾਂ ਹਰ ਗੱਲ ਹੀ ਪਿਆਰੀ ਸੀ, ਔਰ ਉਹ ਵੀ ਆਪਣੀ ਮਾਂ ਦੀ ਯਾਦ ਵਿੱਚ। ਸੱਚੀ ਗੱਲ ਹੈ, ਇਸ ਤਰ੍ਹਾਂ ਮੈਨੂੰ ਲੱਗਾ ਜਿਵੇਂ ਸਟਨ ਹੋ ਗਏ ਨੇ ਕਿ ਜਿਵੇਂ ਸਭ ਕੁਛ ਕਾਇਨਾਤ ਰੁਕ ਗਈ ਹੈ ਮਾਂ ਦੇ ਜ਼ਿਕਰ 'ਤੇ। ਅਤੇ ਬਿਲਕੁਲ ਖੜੇ ਹੋ ਕੇ ਨਾ ਆਪਣੀ ਆਂਸੂਆਂ ਦੇ ਨਾਲ ਆਪਣੀ ਮਾਂ ਨੂੰ ਯਾਦ ਕਰ ਰਹੇ ਸਨ। ਅਤੇ ਇਸ ਵਕਤ ਮੈਂ ਵੀ ਕਹਿਣਾ ਚਾਹਾਂਗਾ, ਗੱਲ ਮੈਂ ਕਰ ਹੀ ਦੇਵਾਂ ਕਿ ਬਹੁਤ ਸਾਰੇ ਮਾਵਾਂ ਦਾ ਪਿਓ ਤੋਂ ਬਾਅਦ, ਜਦੋਂ ਵਾਲਦੈਨ ਤੋਂ ਬਾਅਦ ਜਿਹੜੇ ਘਰ ਦੇ ਜਾਂ ਖਾਨਦਾਨ ਦੇ ਦੂਜੇ ਬੰਦੇ ਹੁੰਦੇ ਨਾ, ਉਹ ਫਿਰ ਜਿਹੜੇ ਮਾਂ ਬਾਪ ਦੀ ਵਿਰਾਸਤ ਹੁੰਦੀ ਹੈ ਅੱਗੋਂ ਛੱਡ ਕੇ ਗਏ ਹੁੰਦੇ ਨੇ ਆਪਣੇ ਬੱਚਿਆਂ ਵਾਸਤੇ। ਅਤੇ ਹੋਣਾ ਤਾਂ ਇਹ ਚਾਹੀਦਾ ਨਾ ਕਿ ਸਾਰੇ ਬੱਚੇ ਪਿਆਰ ਨਾਲ, ਮੁਹੱਬਤ ਨਾਲ ਆਪਣੇ ਉਸ ਮਾਂ ਬਾਪ ਦੀ ਵਿਰਾਸਤ 'ਚ ਬਰਾਬਰ ਦੇ ਸ਼ੇਅਰ ਹੋਲਡਰ, ਉਹਨਾਂ ਨੂੰ ਹਿੱਸਾ ਮਿਲੇ। ਲੇਕਿਨ ਐਸੇ ਵੀ ਅਫਸੋਸਨਾਕ ਵਾਕਿਆਤ ਹੁੰਦੇ ਨੇ ਕਿ ਬਾਜ਼, ਮੈਂ ਸਭ ਦਾ ਨਹੀਂ ਕਹਿ ਰਿਹਾ, ਬਾਜ਼ ਕਿਰਦਾਰ ਐਸੇ ਵੀ ਨੇ ਜਿਹੜੇ ਆਪਣੇ ਮਾਂ ਬਾਪ ਦੀ ਜਿਹੜੀ ਪਿਆਰ ਨੂੰ ਆਪਣੇ ਦੂਜੇ ਭੈਣ ਭਾਈ 'ਚ ਜ਼ੁਲਮ 'ਚ ਬਦਲ ਦਿੰਦੇ ਨੇ। ਹਾਲਾਂਕਿ ਮਾਂ ਬਾਪ ਨੇ ਪਿਆਰ ਕੀਤਾ ਹੁੰਦਾ, ਪਿਆਰ ਵਾਸਤੇ ਸਾਰੇ ਬੱਚਿਆਂ ਵਾਸਤੇ ਸਾਂਝੀ ਉਹਨਾਂ ਨੇ ਵਿਰਾਸਤ ਛੱਡੀ ਹੁੰਦੀ ਨੇ। ਲੇਕਿਨ ਕੁਝ ਐਸੇ ਲੋਕ ਵੀ ਨੇ, ਬਦਬਖਤ ਮੈਂ ਕਹਾਂਗਾ, ਜਿਹੜੇ ਆਪਣੇ ਭੈਣ ਭਰਾਵਾਂ ਦੇ ਹਿੱਸੇ ਨੂੰ ਖਾ ਜਾਂਦੇ ਨੇ ਜਾਂ ਕਬਜ਼ਾ ਕਰ ਲੈਂਦੇ ਨੇ ਜਾਂ ਉਹਨੂੰ
ਔਰ ਇਹ ਬੜੀ ਅਜ਼ੀਅਤ ਨਾਲ ਗੱਲ ਹੁੰਦੀ ਹੈ, ਲੇਕਿਨ ਵਾਲਦੈਨ ਦਾ ਵਜੂਦ ਤੇ ਬਾਇਸ ਰਹਿਮਤ ਹੁੰਦਾ, ਤੇ ਉਹਨਾਂ ਲੋਕਾਂ ਨੂੰ ਮੈਂ ਲਾਜ਼ਮੀ ਕਹਾਂਗਾ ਉਸ ਰਹਿਮਤ ਦਾ ਸਿਲਸਿਲਾ ਚੱਲਦੇ ਰਹਿੰਦਿਆ ਕਰੋ, ਉਹਦੇ 'ਚ ਡਾਕਾ ਨਾ ਮਾਰਿਆ ਕਰੋ। ਔਰ ਮਾਂ ਬਾਪ ਦਾ ਜਿਹੜਾ ਜਿਵੇਂ ਸਾਇਆ ਸਾਰੀ ਔਲਾਦ ਵਾਸਤੇ ਬਰਾਬਰ ਹੁੰਦਾ, ਇਸ ਵਾਸਤੇ ਔਲਾਦ ਨੂੰ ਵੀ ਸੋਚਣਾ ਚਾਹੀਦਾ ਕਿ ਅਸੀਂ ਉਸ ਮਾਂ ਬਾਪ ਦੇ ਵਿਰਸੇ ਨੂੰ ਬਰਾਬਰ 'ਚ ਸ਼ਰਈ ਅਸੂਲਾਂ ਦੇ ਮੁਤਾਬਿਕ ਤਕਸੀਮ ਕਰੀਏ। ਕੋਈ ਇੱਕ ਬੰਦਾ ਜਾਂ ਤਾਕਤਵਰ ਜਾਂ ਜ਼ੋਰਵਰ ਭੈਣ ਭਰਾਵਾਂ 'ਚੋਂ ਕਬਜ਼ਾ ਕਰਕੇ ਨਾ ਬੈਠ ਜਾਵੇ। ਇਹ ਅੱਜ ਦੇ ਸਨਾਮੇ ਨਾਲ ਜੁੜੀ ਹੋਈ ਗੱਲ ਜੇ, ਜਿਹਨੂੰ ਬੰਨਣਾ ਚਾਹੀਦਾ। ਔਰ ਦੇਖੋ ਜਿਹੜੇ ਮਾਂ ਬਾਪ ਨੇ, ਇਹ ਤੁਸੀਂ ਇਹਸਾਨ ਤੇ ਨਹੀਂ ਕਰ ਰਹੇ ਨਾ, ਉਹ ਚੀਜ਼ ਤੇ ਮਾਂ ਬਾਪ ਦੀ ਹੈ ਜਿਵੇਂ ਤੁਹਾਡਾ ਹੱਕ ਹੈ, ਤੁਹਾਡੇ ਦੂਸਰੇ ਭੈਣ ਭਰਾਵਾਂ ਦੀ ਹੱਕ ਹੈ, ਤੇ ਕਿਸ ਹਵਾਲੇ ਨਾਲ ਤੁਸੀਂ ਉਸ 'ਤੇ ਕਬਜ਼ਾ ਕਰਦੇ ਹੋ? ਨਾ ਸਮਾਜ ਜਿਹੜੀ ਇਜਾਜ਼ਤ ਦਿੰਦਾ, ਨਾ ਕਾਨੂੰਨ ਦਿੰਦਾ, ਨਾ ਸ਼ਰੀਅਤ ਦਿੰਦੀ ਹੈ, ਲੇਕਿਨ ਜੋ ਪਿੱਛੇ ਕੰਮ ਹੋ ਰਿਹਾ ਇਹ ਜ਼ੁਲਮ ਹੈ, ਔਰ ਜ਼ੁਲਮ ਤੋਂ ਬਾਜ਼ ਰਹਿਣਾ ਚਾਹੀਦਾ। ਇੱਕ ਮੈਸੇਜ ਸੀ ਜਿਹੜਾ ਇਹਦੇ ਨਾਲ ਜੁੜਿਆ ਸੀ, ਜਿਹੜਾ ਮੈਂ ਸਾਰੇ ਸੁਣਨ ਵਾਲਿਆਂ ਨੂੰ ਚਾਹਾਂਗਾ ਕਿ ਅਗਰ ਤੁਹਾਨੂੰ ਆਪਣੇ ਮਾਂ ਬਾਪ ਨਾਲ ਮੁਹੱਬਤ ਹੈ ਤੇ ਉਸ ਮੁਹੱਬਤ ਦੀ ਫਿਰ ਲਾਜ ਇੰਝ ਰੱਖੋ ਕਿ ਉਹਨਾਂ ਦਾ ਔਲਾਦ ਵਿੱਚੋਂ ਕਿਸੇ ਦਾ ਹੱਕ ਨਾ ਮਾਰੋ। ਲਓ ਜੀ, ਫਿਰ ਅਸੀਂ ਅੱਗੇ ਚੱਲਦੇ ਹਾਂ। ਇਹ ਹੁਣੇ ਜਿਹੜੀ ਗੱਲਬਾਤ ਹੋ ਰਹੀ ਸੀ, ਇਹ ਮਾਂ ਦੀ ਮੁਹੱਬਤ ਨਾਲ ਵੀ ਮਾਂ ਦੀ ਇੱਕ ਸ਼ਾਨ ਵੀ ਹੈ, ਔਰ ਮਾਂ ਦੀ ਬੜੀ ਉੱਚੀ ਸ਼ਾਨ ਹੈ। ਇਸ ਵਾਸਤੇ ਉੱਚੀ ਸ਼ਾਨ ਹੈ ਕਿ ਮੇਰੇ ਰੱਬ ਨੇ ਮਾਂ ਦੀ ਸ਼ਾਨ ਬਣਾਈ, ਮੇਰੇ ਨਬੀ ਨੇ ਰੱਬ ਦੀ ਸ਼ਾਨ ਬਣਾਈ, ਤੇ ਉਸ ਸ਼ਾਨ ਨੂੰ ਸਰ ਬੁਲੰਦੀ ਰਹਿਣਾ ਚਾਹੀਦਾ। ਤੇ ਇੱਕ ਅਸੀਂ ਸੁਣ ਲੈਂਦੇ ਹਾਂ ਮਾਂ ਦੀ ਸ਼ਾਨ, ਕਾਰੀ ਸ਼ਾਹਦ ਦਾ ਇਹਨੇ ਕਲਾਮ ਸੁਣਾਇਆ, ਤੇ ਤੁਸੀਂ ਵੀ ਸੁਣੋ, ਅਸੀਂ ਵੀ ਸੁਣਦੇ ਹਾਂ। ਮਾਂ ਦੀ ਸ਼ਾਨ, ਆਵਾਜ਼ ਕਾਰੀ ਸ਼ਾਹਿਦ ਦੀ। ਜੀ ਵੈਲਕਮ ਬੈਕ। FM 99.4 ਪ੍ਰੋਗਰਾਮ ਖੁਸ਼ਬੂ, ਤੁਹਾਡਾ ਹੋਸਟ, ਤੁਹਾਡਾ ਦੋਸਤ ਰਾਸ਼ਿਦ ਇਜਾਜ਼ੀ, ਤੇ ਪ੍ਰੋਗਰਾਮ ਖੁਸ਼ਬੂ ਤੇ ਅੱਜ ਦਾ ਸਰਨਾਮਾ ਮਾਵਾਂ ਠੰਡੀਆਂ ਛਾਵਾਂ। ਤੇ ਤੁਸੀਂ ਸਾਡੇ ਨਾਲ ਸਾਂਝ ਪਾ ਰਹੇ ਹੋ ਕਾਲ ਦੇ ਜ਼ਰੀਏ, ਔਰ ਕਾਲ ਨੰਬਰ ਹੈ 051 9291 05192911520। ਇਹ ਸਾਡਾ ਫੋਨ ਨੰਬਰ ਹੈ, ਤੇ WhatsApp ਨੰਬਰ ਵੀ ਲਿਖ ਲਓ। ਤੁਹਾਡੇ ਕੋਲ ਵੈਸੇ ਲਿਖਿਆ ਤੇ ਹੈ ਨਾ, ਸਾਨੂੰ ਮੈਸੇਜ ਭੇਜ ਰਹੇ ਹੋ, ਲੇਕਿਨ ਜਿਹੜੇ ਨਵੇਂ ਸੁਣਨ ਵਾਲੇ ਨੇ ਉਹ ਨੋਟ ਕਰ ਲੈਣ। WhatsApp ਨੰਬਰ 051 9291 521 051 9291 521। ਪ੍ਰੋਗਰਾਮ ਖੁਸ਼ਬੂ FM 99.4 ਪੰਜਾਬ ਰੰਗ ਜ਼ਿੰਦਗੀ ਦੇ। ਅੱਜ ਸਾਡਾ ਸਰਨਾਮਾ ਹੈ ਮਾਵਾਂ ਠੰਡੀਆਂ ਛਾਵਾਂ। ਤੇ ਚੌਧਰੀ ਇਸ਼ਫਾਕ ਸਾਹਿਬ ਨੇ ਇਹਨਾਂ ਨੇ ਮੈਸੇਜ ਭੇਜਿਆ, ਇਹਨਾਂ ਨੇ ਕਿਹਾ ਜੀ ਮਾਂ ਦੀ ਆਦਤ ਅੱਲਾ ਨਾਲ ਬੜੀ ਮਿਲਦੀ ਹੈ ਜੀ। ਕੀ ਕਹਿ ਰਹੇ ਨੇ ਕਿ ਦੋਨੋਂ ਹੀ ਮਾफ़ ਕਰ ਦਿੰਦੇ ਨੇ, ਅੱਲਾ ਵੀ ਮਾफ़ ਕਰ ਦਿੰਦਾ ਤੇ ਮਾਂ ਵੀ ਮਾफ़ ਕਰ ਦਿੰਦੀ। ਇਸੇ ਵਾਸਤੇ ਅੱਲਾ ਨੇ ਆਪਣੀ ਜਿਹੜੀ ਨਿਸਬਤ ਹੈ ਨਾ ਉਹ ਮਾਂ ਨਾਲ ਜੋੜੀ ਹੈ, ਮਾਂ ਦਾ ਤਾਲੁਕ ਆਪਣੀ ਮੁਹੱਬਤ ਨਾਲ ਵਾਜ਼ੇ ਕੀਤਾ, ਤੇ ਮਾफ़ੀ ਵੈਸੇ ਮੰਗਦੇ ਰਹਿਣਾ ਚਾਹੀਦਾ। ਇਹ ਵੀ ਗੱਲ ਹੈ, ਜੇ कोई गुस्ताखी माँ को होवे तो माँ को माफ़ी मांग लो, तो जे अल्लाह को नाफरमानी हो जाए तो अल्लाह को तो हर वक्त इस्तगफार की है, मगफरत की है कि अल्लाह को मंगते रहो। अल्लाह खुद कहता ना मैं गफूर रहीम है, तो वह रहम भी करता तो माफ़ भी करता, तो माँ ने भी उन्हें सरापा रहमत ही बनाया। जो अल्लाह करीम ने अपनी रहमत का हवाला दिता है ना, तो माँ नाल मुहब्बत का हवाला दिता है। बिल्कुल जी चौधरी इशफाक जी, तुसीं बिल्कुल सही किया कि माँ और अल्लाह दोनों माफ़ कर देंगे ने। आयशा जफर ने सानू फेसबुक से मैसेज भेजा कि उन्हें कहा जी माँ का हक तो अदा हो ही नहीं सकता, भावें उन्होंने कहा भावें अपना तुसीं गोश्त के टुकड़े भी करके रख दो, लेकिन फिर भी माँ की खिदमत का या माँ की मुहब्बत का हक नहीं जे अदा होंदा, तो माँ का हक अदा करते रहना चाहिए, माँ नाल प्यार करते रहना चाहिए, माँ का आखा मनते रहना चाहिए, और माँ की चाहत अल्लाह की चाहत है। और जो मैं शुरू तो गल की फिर मैं दोहरा देना, मैं गल नहीं कही, मैं गल दोहराई है। और फरमाया सरकार ने, सरकार दो जहां खातिमुन नबीन हज़रत मोहम्मद मुस्तफ़ा सल्लल्लाहु अलैहि वसल्लम ने उन्होंने की किया कि अल जन्नत तहतिल अक़दामिल उम्महात, कि जन्नत जड़ी ना मावां दे कदमां थल्ले है, तो मावां दे कदमां 'च जन्नत तलाश करते रहना चाहिए। ਇਹਦੇ ਨਾਲ ਸਾਡਾ ਨਾ ਆਪਣਾ ਕੀ ਕਰੀਏ, ਟਾਈਮ ਵੀ ਖਤਮ ਹੋ ਰਿਹਾ, ਲੇਕਿਨ ਮੈਂ ਚਾਹਾਂਗਾ ਜਿਹੜੇ ਸਾਨੂੰ ਮੈਸੇਜ ਆਏ ਨੇ, ਜਿਹੜੇ ਸਾਨੂੰ ਟੈਲੀਫੋਨ ਕਾਲਾਂ ਆਈਆਂ, ਉਹਨਾਂ ਦਾ ਮੈਂ ਜ਼ਿਕਰ ਤਾਂ ਜ਼ਰੂਰ ਕਰਨਾ ਚਾਹਾਂਗਾ ਨਾ। ਇਹ ਆਪਣਾ ਨਿਸਾਰ ਸਾਹਿਬ ਨੇ, ਇਹਨਾਂ ਨੇ ਵੀ ਕਿਹਾ ਜੀ ਕਿ ਅੱਲਾ ਜਿਹੜਾ ਨਾ ਉਹਨਾਂ ਦੇ ਜਿਹੜੀ ਨਾ ਵਾਲਦੈਨ ਨੂੰ ਦੀ ਮੁਹੱਬਤ ਜਿਹੜੀ ਹੈ ਨਾ ਉਹ ਅੱਲਾ ਦਾ ਹੁਕਮ ਵੀ ਹੈ, ਤੇ ਅੱਲਾ ਨੇ ਵਾਲਦਾ ਨਾ ਦੇ ਰੂਹ ਵਿੱਚ ਨਾ ਘਰ ਨੂੰ ਜੰਨਤ ਬਣਾਤਾ। ਇੱਕ ਤਾਂ ਹੈ ਨਾ ਕਿ ਜੰਨਤ ਉਹ ਜਿਹੜਾ ਤੁਹਾਡਾ ਘਰ ਹੈ ਉੱਥੇ ਮਾਂ ਮੌਜੂਦ ਹੈ ਨਾ, ਤੇ ਉਹ ਘਰ ਵੀ ਜੰਨਤ ਹੀ ਹੈ। ਬਹੁਤ ਸੋਹਣਾ ਜਨਾਬ ਇਹਨਾਂ ਦਾ ਸਾਡੇ ਨਾਲ ਸਾਂਝ ਪਾਈ ਹੈ ਨਿਸਾਰ ਸਾਹਿਬ ਨੇ ਕਿ ਵਾਕਈ ਕਿ ਅੱਲਾ ਨੇ ਵਾਲਦਾ ਦੀ ਸੂਰਤ 'ਚ ਨਾ ਘਰ ਨੂੰ ਜੰਨਤ ਬਣਾਤਾ। ਸੁਭਾਨ ਅੱਲਾ, ਵਾਹ ਵਾਹ, ਕਿਆ ਬਾਤ ਹੈ ਨਿਸਾਰ ਸਾਹਿਬ, ਬਹੁਤ ਸ਼ੁਕਰੀਆ। ਫਿਰ ਜਨਾਬ ਸਾਡੇ ਨਾਲ ਸਾਂਝ ਪਾ ਰਹੇ ਨੇ ਯੂਸਫ ਸਾਹਿਬ ਨੇ,
ਮੁਹੰਮਦ ਯਾਕੂਬ ਨੇ G7 ਤੋਂ, ਮੁਹੰਮਦ ਅਲੀ ਰਜ਼ਾ ਡਬਲ ਰੋਡ ਤੋਂ, ਮੁਹੰਮਦ ਆਮਰ PWD ਤੋਂ, ਇਹਨਾਂ ਨੇ ਵੀ ਇਸ ਪ੍ਰੋਗਰਾਮ ਨੂੰ ਸੁਣ ਵੀ ਰਹੇ ਨੇ, ਸਾਂਝ ਵੀ ਪਾ ਰਹੇ ਨੇ ਔਰ ਮੌਜੂ ਨੂੰ ਵੀ ਪਸੰਦ ਕੀਤਾ ਹੈ ਔਰ ਮਾਂ ਨਾਲ ਮੁਹੱਬਤ ਦਾ ਇਜ਼ਹਾਰ ਕੀਤਾ ਹੈ। ਮੁਹੰਮਦ ਆਮਰ ਜੀ, ਯੂਸਫ ਜੀ, ਮੁਹੰਮਦ ਯਾਕੂਬ ਔਰ ਮੁਹੰਮਦ ਅਲੀ ਰਜ਼ਾ ਸਾਹਿਬ, ਤੁਹਾਡਾ ਸ਼ੁਕਰੀਆ ਇਸ ਪ੍ਰੋਗਰਾਮ 'ਚ ਸਾਂਝ ਪਾਉਣ ਦਾ। ਹਾਂਜੀ, ਇਹ ਸਦਰ ਬਾਜ਼ਾਰ ਪਿੰਡੀ ਤੋਂ, ਸਦਰ ਬਾਜ਼ਾਰ ਰਾਵਲਪਿੰਡੀ ਤੋਂ ਅਮਜਦ ਸਾਹਿਬ, ਇਹਨਾਂ ਨੇ ਵੀ ਸਾਡੇ ਨਾਲ ਸਾਂਝ ਪਾਈ। ਅਮਜਦ ਸਾਹਿਬ, ਤੁਹਾਡਾ ਵੀ ਸ਼ੁਕਰੀਆ। ਜ਼ਾਹਿਰ ਹੈ ਕਿ ਜਦੋਂ ਮਾਂ ਦੀ ਗੱਲਬਾਤ ਹੁੰਦੀ ਹੈ, ਮਾਂ ਦੇ ਮੌਜੂ 'ਤੇ ਗੱਲ ਹੁੰਦੀ ਹੈ, ਅਤੇ ਹਰ ਕੋਈ ਜਿਹਨੂੰ ਮਾਂ ਨਾਲ ਮੁਹੱਬਤ ਹੈ ਔਰ ਸਾਡਾ ਪ੍ਰੋਗਰਾਮ ਸੁਣ ਵੀ ਰਿਹਾ ਹੈ ਔਰ ਸਾਡੇ ਨਾਲ ਸਾਂਝ ਪਾ ਵੀ ਰਹੇ ਨੇ ਮਾਂ ਦੀ ਮੁਹੱਬਤ ਦੇ ਵਿੱਚ। ਔਰ ਮੈਂ ਫਿਰ ਦੁਆ ਕਰਦਾ ਕਿ ਅੱਲਾਹ ਕਰੀਮ ਜਿਨ੍ਹਾਂ ਦੀਆਂ ਮਾਵਾਂ ਸਲਾਮਤ ਨੇ ਉਹ ਸਲਾਮਤ ਰਹਿਣ, ਮਾਵਾਂ ਦਾ ਸਿਰ 'ਤੇ ਸਾਇਆ ਰਵੇ, ਮਾਵਾਂ ਠੰਡੀਆਂ ਛਾਵਾਂ, ਔਰ ਜਿਹੜੀਆਂ ਅੱਲਾਹ ਤੋਂ ਪਿਆਰੀਆਂ ਹੋ ਚੁੱਕੀਆਂ ਮਾਵਾਂ, ਅੱਲਾਹ ਤਾਲਾ ਉਹਨਾਂ ਦੇ ਦਰਜਾਤ ਨੂੰ ਬੁਲੰਦ ਕਰੇ ਔਰ ਉਹਨਾਂ ਦੀ ਔਲਾਦ 'ਚ ਮੁਹੱਬਤ ਔਰ ਜਿਹੜੀ ਮਾਂ ਦਾ ਜਿਹੜੀਆਂ ਦੁਆਵਾਂ ਨਾ ਉਹਨਾਂ ਦੀ ਜ਼ਿੰਦਗੀ ਦਾ ਸਰਮਾਇਆ ਬਣਨ। ਔਰ ਸਾਰੇ ਜਿਹੜੇ ਪਸਮਾਨਦਗਾਨ ਨੇ, ਮੈਂ ਮਾਵਾਂ ਦੇ ਧੀਆਂ ਪੁੱਤਰ ਨੇ ਆਪਸ 'ਚ ਰਲ ਮਿਲ ਕੇ ਇਤਫਾਕ ਮੁਹੱਬਤ ਨਾਲ ਰਹਿਣ, ਅਤੇ ਫਿਰ ਹੀ ਮਾਂ ਨੂੰ ਰੂਹ ਨੂੰ ਸਕੂਨ ਮਿਲਦਾ ਹੈ। ਔਰ ਮੈਂ ਜਿਵੇਂ ਪਹਿਲਾਂ ਗੱਲ ਕਰ ਰਿਹਾ ਸਾਂ ਕਿ ਛੋਟੇ ਜਿਹੇ ਲਾਲਚ ਦੀ ਖਾਤਰ, ਛੋਟੀ ਜਿਹੀ ਦੁਨਿਆਵੀ ਮਫਾਦ ਦੀ ਖਾਤਰ ਮਾਂ ਦੀ ਰੂਹ ਨੂੰ ਬੇਚੈਨ ਕਰਨਾ ਚੰਗੀ ਗੱਲ ਨਹੀਂ। ਮਾਂ ਦੀ ਰੂਹ ਨੂੰ ਸਕੂਨ ਪਹੁੰਚਾਵੋ ਔਰ ਬਾਅਦ ਸਾਰੇ ਭੈਣ ਭਰਾ ਉਹ ਜਿਹੜੇ ਉਸ ਮਾਂ ਦੀ ਔਲਾਦ ਨੇ ਆਪਸ 'ਚ ਮਿਲ ਕੇ ਮੁਹੱਬਤ ਨਾਲ ਪਿਆਰ ਦੇ ਨਾਲ ਰਹਿਣ ਔਰ ਮਾਂ ਦੀ ਰੂਹ ਨੂੰ ਯਕੀਨਨ ਸਕੂਨ ਮਿਲੇਗਾ। ਔਰ ਇਹੋ ਹੀ ਸਹੀ ਵਤੀਰਾ ਹੁੰਦਾ ਜੀ। ਇਹੋ ਹੀ ਜੇ ਅਸੀਂ ਕਹਿੰਦੇ ਨਾ ਮਾਂ ਦੀ ਯਾਦ, ਅਤੇ ਮਾਂ ਦੀ ਯਾਦ 'ਤੇ ਅਮਲ ਇਹੋ ਹੀ ਹੈ ਕਿ ਮਾਂ ਦੇ ਜਿਹੜੇ ਧੀਆਂ ਪੁੱਤਰ ਨੇ ਜੀ, ਤੁਸੀਂ ਭੈਣ ਭਰਾ ਹੋ, ਤੁਸੀਂ ਆਪਸ 'ਚ ਨਾ ਪਿਆਰ ਨਾਲ ਰਹੋ, ਮੁਹੱਬਤ ਨਾਲ ਰਹੋ ਔਰ ਮਿਲ ਜੁਲ ਕੇ ਆਪਣੀ ਮਾਂ ਦੀਆਂ ਯਾਦਾਂ ਨੂੰ ਸ਼ੇਅਰ ਕਰਿਆ ਕਰੋ। ਹਾਂਜੀ, ਅਤੇ ਹੋਰ ਵੀ ਸਾਨੂੰ ਆਏ ਦੇ ਮੈਸੇਜ ਤੁਹਾਡੇ ਨਾਲ ਮੈਂ ਸਾਂਝ ਪਾ ਦੇਵਾਂ। ਇੱਕ ਤਾਂ ਜਨਾਬ ਚੌਧਰੀ ਅਲਤਾਫ ਹੁਸੈਨ ਆਜਜ਼ ਨੇ, ਹਾਂਜੀ ਆਜਜ਼ ਸਾਹਿਬ, ਇਹਨਾਂ ਨੇ ਕਿਹਾ ਜੀ, ਫੇਸਬੁੱਕ 'ਤੇ ਆਏ ਨੇ ਸਾਡੇ ਨਾਲ, ਇਹਨਾਂ ਨੇ ਕਿਹਾ ਜੀ ਕਿ ਚੰਗੀਆਂ ਗੱਲਾਂ ਯਾਦ ਰੱਖਿਆ ਕਰੋ ਔਰ ਚੰਗਾ ਕੰਮ ਜਿਹੜਾ ਨਾ ਉਹੀ ਖੁਸ਼ਬੂ ਹੁੰਦਾ ਹੈ। ਅਤੇ ਬਹੁਤ ਸ਼ੁਕਰੀਆ। ਇਹ ਨੇ ਖਡੋੜਾ ਪਿੰਬਰ ਆਜ਼ਾਦ ਕਸ਼ਮੀਰ ਤੋਂ, ਖਡੋੜਾ ਹੀ ਮੇਰਾ ਖਿਆਲ ਲਿਖਿਆ ਹੈ, ਮੈਂ ਤਾਂ ਅੱਜ ਪਹਿਲੀ ਦਫਾ ਹੀ ਨਾਂ ਸੁਣਿਆ, ਲੇਕਿਨ ਬਹਰਹਾਲ ਖਡੋੜਾ ਪਿੰਬਰ ਆਜ਼ਾਦ ਕਸ਼ਮੀਰ ਤੋਂ ਚੌਧਰੀ ਅਲਤਾਫ ਹੁਸੈਨ ਆਜਜ਼ ਦੀ ਇਹ ਸਾਂਝ ਹੈ ਜਿਹੜਾ ਅਸੀਂ ਤੁਹਾਡੇ ਨਾਲ ਜ਼ਿਕਰ ਕੀਤਾ ਹੈ। ਫਿਰ ਖਾਲਿਦ ਅਨਾਇਤ ਸਾਹਿਬ ਨੇ, ਹਾਂਜੀ, ਅਤੇ ਮੈਂ ਜ਼ਿਕਰ ਕਰ ਰਿਹਾ ਸਾਂ ਆਪਣਾ ਖਾਲਿਦ ਅਨਾਇਤ ਉਹਨਾਂ ਦਾ। ਖਾਲਿਦ ਅਨਾਇਤ ਜੀ ਵੀ ਸਾਡੇ ਬੜੇ ਪਿਆਰੇ ਲਿਸਨਰ ਨੇ, ਸਾਡੇ ਨਾਲ ਸਾਂਝ ਪਾਉਂਦੇ ਨੇ, ਗੱਲਬਾਤ ਕਰਦੇ ਨੇ। ਅੱਜ ਵੀ ਉਹਨਾਂ ਨੇ ਟੈਲੀਫੋਨ ਕਾਲ ਦੇ ਜ਼ਰੀਏ ਨਾਲ ਸਾਡੇ ਨਾਲ ਸਾਂਝ ਪਾਈ ਹੈ ਔਰ ਉਹਨਾਂ ਨੇ ਕਿਹਾ ਜਿਹੜਾ ਮਾਂ ਦਾ ਪਿਆਰ ਹੈ ਨਾ, ਇਹ ਤਾਂ ਮੈਂ ਕਦੀ ਭੁੱਲ ਹੀ ਨਹੀਂ ਸਕਦਾ। ਆਪਣੀ ਮਾਂ ਦੀ ਯਾਦਾਂ ਸ਼ੇਅਰ ਕਰ ਰਹੇ ਸੀ, ਕਹਿੰਦੇ ਮੇਰੀ ਅੰਮੀ ਜੀ ਮੇਰਾ ਖਾਣੇ 'ਚ ਇੰਤਜ਼ਾਰ ਕਰਦੇ ਸੀ ਕਿ ਮੇਰਾ ਪੁੱਤਰ ਆਏਗਾ ਅਤੇ ਰਲ ਕੇ ਅਸੀਂ ਮਾਂ ਪੁੱਤਰ ਖਾਣਾ ਖਾਵਾਂਗੇ। ਫਿਰ ਉਹਨਾਂ ਨੇ ਕਿਹਾ ਜੀ ਹੁਣ ਮੇਰੀ ਮਾਂ ਨੂੰ ਪਤਾ ਸੀ ਕਿ ਮੈਨੂੰ ਗੰਦਲਾਂ ਦਾ ਸਾਗ ਬੜਾ ਪਸੰਦ ਹੈ, ਅਤੇ ਬੜੇ ਚਾਵਾਂ ਨਾਲ, ਸ਼ੌਕ ਨਾਲ ਮੇਰੇ ਵਾਸਤੇ ਗੰਦਲਾਂ ਦਾ ਸਾਗ ਪਕਾਉਂਦੇ ਸਨ। ਅਤੇ ਇਹ ਜਿਹੜੀ ਖਾਲਿਦ ਅਨਾਇਤ ਜੀ, ਇਹ ਮਾਂ ਦੇ ਪਿਆਰ ਦੀ ਗੱਲ ਕੀਤੀ, ਇਹਨੇ ਭੁੱਲ ਨਹੀਂ ਸਕਦੇ ਔਰ ਵਾਕਈ ਸਹੀ ਗੱਲ ਹੈ। ਜਿਨ੍ਹਾਂ ਨੂੰ ਮਾਂ ਨਾਲ ਮੁਹੱਬਤ ਹੋਵੇ ਉਹ ਕਦੋਂ ਭੁਲਾ ਸਕਦੇ ਨੇ? ਔਰ ਮੇਰਾ ਖਿਆਲ ਹੈ ਕਿ ਮੋਸਟਲੀ ਮਾਂ ਨਾਲ ਮੁਹੱਬਤ ਕਰਨ ਵਾਲੇ ਹੀ ਨੇ। ਲੇਕਿਨ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ, ਵੈਸੇ ਮੈਂ ਬਾਰ-ਬਾਰ ਉਹ ਜ਼ਿਕਰ ਨਹੀਂ ਕਰਨਾ ਚਾਹਾਂਗਾ, ਲੇਕਿਨ ਜਿੱਥੇ ਮਾਂ ਦੇ ਪਿਆਰ ਦੀ ਗੱਲ ਆਉਂਦੀ ਹੈ, ਉਸ ਮਾਂ ਦੇ ਪਿਆਰ ਦੀ ਕਦਰ ਦਾ ਤਕਾਜ਼ਾ ਹੈ ਕਿ ਮਾਂ ਦੇ ਸਾਰੇ ਧੀਆਂ ਪੁੱਤਰ ਆਪਸ 'ਚ ਪਿਆਰ ਨਾਲ ਰਹਿਣ। ਵੇਖੋ ਫਿਰ ਮਾਂ ਦੀ ਰੂਹ ਨੂੰ ਸਕੂਨ ਤਾਂ ਨਹੀਂ ਮਿਲਦਾ ਨਾ। ਅਤੇ ਇਹ ਗੱਲ ਮੈਂ ਕਿਸੇ ਇੱਕ ਵਾਕਿਆ ਤੋਂ ਮੁਤਾਸਰ ਹੋ ਕੇ ਕਰ ਰਿਹਾ ਕਿ ਸੱਚੀ ਗੱਲ ਹੈ ਕਿ ਫਿਰ ਸਕੂਨ ਅਗਰ ਮਾਂ ਦੀ ਰੂਹ ਨੂੰ ਦੇਣਾ ਨਾ, ਇਹ ਗੱਲ ਪੱਲੇ ਬੰਨ੍ਹ ਲਵੋ। ਫਿਰ ਮਾਵਾਂ ਦੇ ਜਿਹੜੇ ਧੀਆਂ ਪੁੱਤਰ ਨੇ ਆਪਸ 'ਚ ਭੈਣ ਭਰਾ ਹੋਣਾ, ਇਹ ਆਪਸ 'ਚ ਖੁਸ਼ੀ ਨਾਲ ਰਲ ਮਿਲ ਕੇ ਪਿਆਰ ਔਰ ਚਾਹਤ ਨਾਲ ਉਸੇ ਮਾਂ ਦੀ ਯਾਦ ਨੂੰ ਫੇਰ ਹੀ ਸਹੀ ਮਨਾਇਆ ਜਾ ਸਕਦਾ ਹੈ, ਵਰਨਾ ਫਿਰ ਐਵੇਂ ਗੱਲਾਂ ਬਾਤਾਂ ਹੀ ਜੇ। ਅਤੇ ਬਹਰਹਾਲ ਜੀ ਖਾਲਿਦ ਅਨਾਇਤ ਜੀ, ਤੁਸੀਂ ਆਪਣੀ ਜਿਹੜੀ ਮਾਂ ਦੀ ਪਿਆਰ ਦਾ ਜ਼ਿਕਰ ਕੀਤਾ ਔਰ ਸੋਹਣੀ ਗੱਲਾਂ ਯਾਦ ਕੀਤੀਆਂ ਨੇ। ਹਰ ਉਹ ਧੀਏ ਪੁੱਤਰ ਜਿਹੜੇ ਆਪਣੀ ਮਾਂ ਨੂੰ ਪਿਆਰ ਕਰਦੇ ਨੇ, ਮਾਂ ਦੀ ਯਾਦਾਂ ਨੂੰ ਭੁਲਾ ਨਹੀਂ ਸਕਦੇ। ਅਤੇ ਖਾਲਿਦ ਅਨਾਇਤ ਜੀ, ਤੁਹਾਡਾ ਬੜਾ ਸ਼ੁਕਰੀਆ। ਸਲਮਾਨ ਸਾਹਿਬ ਨੇ ਇਸਲਾਮਾਬਾਦ ਤੋਂ, ਇਹ ਵੀ ਫੇਸਬੁੱਕ 'ਤੇ ਆਏ ਸਾਡੇ ਨਾਲ। ਲਈਆ ਸਿਟੀ ਤੋਂ ਮੁਜ਼ੰਮਲ ਵਾਦੜ, ਇਹ ਵੀ ਨਾਮ ਮੇਰੇ ਵਾਸਤੇ ਨਵਾਂ ਹੀ ਹੈ, ਮੁਜ਼ੰਮਲ ਵਾਦੜ ਸਾਹਿਬ। ਇਸ ਤਰ੍ਹਾਂ ਸਮੈਰਾ ਹਸੀਬ ਨੇ, ਇਹ ਵੀ ਸਾਡੇ ਨਾਲ ਸਾਂਝ ਪਾਈ ਨੇ। ਇਹਨਾਂ ਨੇ ਕਿਹਾ ਜੀ ਕਿ ਮਾਂ ਦੀ ਹਯਾਤੀ 'ਚ ਹੀ ਖਿਦਮਤ ਹੁੰਦੀ ਹੈ ਨਾ, ਅਤੇ ਫਿਰ ਮਾਂ ਦੀ ਜ਼ਿੰਦਗੀ 'ਚ ਮਾਂ ਦੇ ਨੇੜੇ ਆ ਕਰੋ। ਮਾਂ ਦੇ ਕਿਉਂ ਬਗੈਰ ਹੀ
ਮਾਂ ਦੀ ਜਿਹੜੀ ਮਰਜ਼ੀ ਮਨਸ਼ਾ ਉਹਨੂੰ ਦੇਖ ਲਿਆ ਕਰੋ, ਜਿਵੇਂ ਮਾਵਾਂ ਆਪਣੀ ਔਲਾਦ ਦੀ ਮਰਜ਼ੀ ਮਨਸ਼ਾ ਨੂੰ ਦੇਖ ਲੈਂਦੀਆਂ ਨੇ। ਅਤੇ ਉਹਨਾਂ ਨੇ ਵੀ ਇਸ ਮੌਜੂ ਨੂੰ ਬੜਾ ਸਰਾਹਿਆ, ਬਲਕਿ ਕਿਹਾ ਕਿ ਬੜੀ ਸੋਹਣੀ ਗੱਲਬਾਤ ਹੋ ਰਹੀ ਹੈ। ਗੱਲਾਂ ਬਾਤਾਂ ਹੁੰਦੀਆਂ ਹੀ ਮਾਵਾਂ ਦੀਆਂ ਸੋਹਣੀਆਂ ਨੇ। ਮਾਵਾਂ ਤੋਂ ਸੋਹਣੀ ਕਿਹੜੀ ਜ਼ਾਤ ਹੁੰਦੀ ਹੈ? ਮਾਵਾਂ ਤੋਂ ਸੋਹਣੀ ਕਿਹੜਾ ਵਜੂਦ ਹੁੰਦਾ? ਮਾਵਾਂ ਤੋਂ ਸੋਹਣੀ ਕੌਣ ਗੱਲ ਕਰ ਸਕਦਾ? ਮਾਵਾਂ ਤੋਂ ਸੋਹਣਾ ਕੌਣ ਪਿਆਰ ਕਰ ਸਕਦਾ? ਮੈਨੂੰ ਫਿਰ ਇੱਕ ਹੋਰ ਗੱਲ ਯਾਦ ਆ ਰਹੀ ਹੈ, ਬਲਕਿ ਮੇਰੇ ਨਾਲ ਹੁਣ ਕਿਸੇ ਨੇ ਸ਼ੇਅਰ ਹੀ ਕੀਤੀ ਸੀ। ਉਹਨੇ ਕਿਹਾ ਸੀ, ਦੇਖੋ ਮਾਂ ਦਾ ਵਜੂਦ ਐਸਾ ਹੈ ਜਾਂ ਮਾਂ ਦੀ ਜ਼ਾਤ ਐਸੀ ਹੈ ਕਿ ਔਲਾਦ ਅਗਰ ਕੋਈ ਕਿਸੇ ਵਜ੍ਹਾ ਤੋਂ ਬੁਰੀ ਵੀ ਹੋਵੇ ਨਾ, ਬੁਰੀ ਦਾ ਲਫ਼ਜ਼ ਕਿਹਾ, ਜਾਂ ਕਿਸੇ ਵਜ੍ਹਾ ਤੋਂ ਨਲਾਇਕ ਹੋਵੇ ਜਾਂ ਕਿਸੇ ਵਜ੍ਹਾ ਤੋਂ ਤੇ ਮਾਂ ਉਹਦਾ ਹੋਰ ਜ਼ਿਆਦਾ ਪਿਆਰ ਕਰਦੀ ਹੈ। ਇਹ ਦੇਖੋ ਇਹ ਕੈਸੀ ਗੱਲ ਹੈ। ਇਹ ਮੈਨੂੰ ਇੰਝ ਲੱਗਾ ਇਸ ਗੱਲ ਦੀ ਰਮਜ਼ ਕਿਵੇਂ ਸਮਝ ਆਈ ਹੈ ਕਿ ਅੱਲਾ ਨਾ ਕਰੇ, ਅੱਲਾ ਸਭ ਨੂੰ ਸਿਹਤਮੰਦ ਰੱਖੇ, ਸਭ ਨੂੰ ਸਿਹਤਯਾਬ ਰੱਖੇ, ਲੇਕਿਨ ਜਦੋਂ ਹਾਲਤ ਬਿਮਾਰੀ ਹੁੰਦੀ ਨਾ, ਕਦੀ ਡਾਕਟਰ ਕੋਲ ਜਾਣਾ ਪਵੇ ਜਾਂ ਹਸਪਤਾਲ ਜਾਣਾ ਪਵੇ, ਅਤੇ ਡਾਕਟਰ ਕੋਲ ਬੈਠੇ ਹੋਏ ਡਾਕਟਰ ਮਰੀਜ਼ ਨੂੰ ਚੈੱਕ ਕਰ ਰਹੇ ਹੁੰਦੇ, ਦੇਖ ਰਹੇ ਹੁੰਦਾ, ਅਚਾਨਕ ਪਤਾ ਲੱਗਦਾ ਜੇ ਇੱਕ ਮਰੀਜ਼ ਬੜਾ ਐਮਰਜੈਂਸੀ 'ਚ ਆ ਗਿਆ, ਬੜਾ ਖਰਾਬ, ਅਤੇ ਡਾਕਟਰ ਸਭ ਕੁਝ ਛੱਡ ਛਡਾ ਕੇ ਨਾ ਮਰੀਜ਼ ਨੂੰ ਉਹਦੇ ਵੱਲ ਧਿਆਨ ਜ਼ਿਆਦਾ ਕਰਦਾ, ਉਹਦਾ ਜ਼ਿਆਦਾ ਦੇਖਭਾਲ ਕਰਦਾ, ਪੜ੍ਹੋ ਕਰੋ। ਇਸੇ ਤਰ੍ਹਾਂ ਮੇਰਾ ਖਿਆਲ ਮਾਂ ਦਾ ਦਿਲ ਵੀ ਨਾ ਉਸੇ ਤਰ੍ਹਾਂ ਹੀ ਹੁੰਦਾ। ਉਹ ਸਮਝਦੇ ਚਲੋ ਬਾਕੀ ਤਾਂ ਖੈਰ ਨਾ, ਇਸ ਬੱਚੇ ਨੂੰ ਬਚਾ ਲਈਏ, ਇਹਦੇ ਨਾਲ ਜ਼ਰਾ ਧਿਆਨ ਕਰ ਲਈਏ, ਇਹਦੀ ਜ਼ਰਾ ਸਮਝ ਜਾਵੇ। ਮੇਰਾ ਖਿਆਲ ਇਹੀ ਜਜ਼ਬਾ ਹੁੰਦਾ ਕਿ ਮਾਂ ਬਿਹਤਰੀ ਚਾਹ ਰਹੀ ਹੁੰਦੀ ਹੈ। ਬਾਕੀ ਜਿਹੜੇ ਬੱਚੇ ਚੰਗੇ ਹੁੰਦੇ ਨੇ, ਸਹੀ ਹੁੰਦੇ ਨੇ, ਫਰਮਾਬਰਦਾਰ ਹੁੰਦੇ ਨੇ, ਇਤਾਅਤਗੁਜ਼ਾਰ ਹੁੰਦੇ ਨੇ, ਚੰਗੇ ਕੰਮ ਕਰ ਰਹੇ ਹੁੰਦੇ ਨੇ, ਕੋਈ ਉਹਨਾਂ 'ਚ ਭੈੜੀ ਗੱਲ ਨਹੀਂ ਹੁੰਦੀ। ਅਤੇ ਜਿਹੜਾ ਫਿਰ ਹੁੰਦਾ ਨਾ ਥੋੜ੍ਹਾ ਬਹੁਤ ਕੁਤਾਈ ਵਾਲਾ ਨਲਾਇਕ ਬੱਚਾ, ਫਿਰ ਮਾਂ ਉਹਦੇ ਨਾਲ ਜ਼ਿਆਦਾ ਧਿਆਨ ਕਰਦੀ ਕਿ ਤਾਂ ਕਿ ਇਹਦੀ ਜ਼ਿੰਦਗੀ ਸਮਝ ਜਾਵੇ, ਇਹ ਕੁਛ ਬਣ ਜਾਵੇ। ਇੰਝ ਦੀ ਮਿਸਾਲ ਹੀ ਹੈ, ਜਿਵੇਂ ਮੈਂ ਡਾਕਟਰ ਦੀ ਮਿਸਾਲ ਦਿੱਤੀ ਹੈ ਕਿ ਜ਼ਿਆਦਾ ਸੀਰੀਅਸ ਮਰੀਜ਼ ਹੋਵੇ ਨਾ, ਅਤੇ ਡਾਕਟਰ ਫਿਰ ਜ਼ਿਆਦਾ ਤਵੱਜੋ ਨਾਲ, ਜ਼ਿਆਦਾ ਗੌਰ ਨਾਲ ਉਹਨੂੰ ਦੇਖਦਾ ਔਰ ਜ਼ਿਆਦਾ ਉਹਨੂੰ ਟਾਈਮ ਦਿੰਦਾ। ਅਤੇ ਮਾਂ ਦੀ ਜਿਹੜੀ ਬਾਲਾ ਮੁਹੱਬਤ ਹੈ ਉਹ ਫਿਰ ਇਸ ਵਾਸਤੇ ਨਿਛਾਵਰ ਹੁੰਦੀ ਹੈ, ਉਹਦੀ ਜ਼ਿੰਦਗੀ ਦੀ ਬਿਹਤਰੀ ਵਾਸਤੇ। ਇੱਕ ਹੋਰ ਮੈਨੂੰ ਗੱਲ ਜਿਹੜੀ ਨਾ ਉਹ ਕਿਸੇ ਸਿਆਣੇ ਨੇ ਕਹੀ, ਉਹਨੇ ਕਿਹਾ ਦੇਖੋ ਮਾਂ ਜਦੋਂ ਕਿਸੇ ਕੋਲ ਨਾਰਾਜ਼ ਹੋਵੇ ਜਾਂ ਕਿਸੇ ਵਜ੍ਹਾ ਤੋਂ ਦੁਖੀ ਹੈ ਜੀ ਸਮਝ ਲਓ ਹੋ ਜਾਵੇ, ਅਤੇ ਉਹ ਅਗਰ ਅਵਲ ਤਾਂ ਮਾਂ ਬਦਦੁਆ ਦਿੰਦੀ ਨਹੀਂ, ਔਰ ਕਿਹਾ ਜਾਂਦਾ ਕਿ ਮਾਂ ਦੀ ਬਦਦੁਆ ਲੱਗਦੀ ਵੀ ਨਹੀਂ, ਇਹ ਵੀ ਗੱਲ ਹੈਗੀ ਹੈ। ਲੇਕਿਨ ਉਹ ਬਦਦੁਆ ਦੇਗੀ ਨਾ ਤੇ ਉਹ ਕੀ ਹੈਗੀ, ਔਰ ਕਰਦੇ ਕਰਦੇ ਤੇਰੀ ਮਾਂ ਮਰ ਜਾਏ, ਮਤਲਬ ਉਹ ਵੀ ਆਪਣੇ ਵਾਸਤੇ ਕਹੇਗੀ ਮਾਂ ਮਰ ਜਾਏ, ਯਾਨੀ ਆਪਣੇ ਆਪ ਤੇ ਉਹ ਜਿਹੜਾ ਨਾ ਲੈ ਆਏਗੀ ਗੱਲ ਆਪਣੀ ਔਲਾਦ ਵਾਸਤੇ, ਫਿਰ ਵੀ ਉਹ ਨਾ ਬੁਰਾ ਨਹੀਂ ਸੋਚੇਗੀ। ਅਤੇ ਮਾਵਾਂ ਤਾਂ ਹੁੰਦੀਆਂ ਚੰਗੀਆਂ ਨੇ, ਤਦੇ ਤੇ ਕਿਹਾ ਗਿਆ ਮਾਵਾਂ ਠੰਡੀਆਂ ਛਾਵਾਂ। ਅਸੀਂ ਉਸ ਪ੍ਰੋਗਰਾਮ ਨੂੰ ਅੱਗੇ ਲੈ ਕੇ ਵੱਧਦੇ ਹਾਂ। ਅਤੇ ਇੱਕ ਸਾਨੂੰ ਫਰਮਾਇਸ਼ ਕੀਤੀ ਸੀ ਸ਼ੇਖ ਜ਼ਹੂਰ ਉਹਨਾਂ ਨੇ ਢੋਕ ਖੱਬੇ ਤੋਂ, ਹਾਂਜੀ, ਅਤੇ ਉਹ ਫਰਮਾਇਸ਼ ਮੇਰਾ ਖਿਆਲ ਸਾਡੇ ਜਿਹੜੇ ਤਾਬਸ਼ ਨਕਵੀ ਸਾਹਿਬ ਨੇ ਉਹਨਾਂ ਨੇ ਫਰਮਾਇਸ਼ ਦਾ ਉਹ ਲੱਭ ਹੀ ਲਿਆ। ਉਹ ਬੜੀ ਗੱਲ ਹੈ ਜੀ। ਲਓ ਜੀ ਸ਼ੇਖ ਜ਼ਹੂਰ ਸਾਹਿਬ ਸੁਣੋ ਫਿਰ ਆਪਣੀ ਫਰਮਾਇਸ਼ ਕਿ ਮਾਵਾਂ ਨੂੰ ਤੜਪਾਵਨ ਵਾਲੇ ਕਦੋਂ ਸੁੱਖ ਪਾਉਂਦੇ ਨੇ। ਮਸੂਦ ਰਾਣਾ ਦੀ ਗਾਇਕੀ ਹੈ ਅਤੇ ਫਰਮਾਇਸ਼ ਸ਼ੇਖ ਜ਼ਹੂਰ ਦੀ ਢੋਕ ਖੱਬਾ ਦੀ, ਅਤੇ ਇਹ ਜਿਹੜਾ ਲੱਭਿਆ ਨਾ ਇਹ ਤਾਬਸ਼ ਨਕਵੀ ਨੇ ਲੱਭਿਆ। ਲਓ ਜੀ ਇਹ ਸੁਣੋ ਜੀ ਫਿਰ ਤੁਸੀਂ ਜੀ, ਇਹ ਕਿੱਦਾਂ ਸੁਣਾ ਤੁਸੀਂ ਸੁਣਿਆ, ਮਾਵਾਂ ਨੂੰ ਤੜਪਾਵਨ ਵਾਲੇ ਕਦੋਂ ਸੁੱਖ ਪਾਉਂਦੇ ਨੇ। ਜੀ ਬਿਲਕੁਲ ਸਹੀ ਹੈ, ਸ਼ੇਖ ਜ਼ਹੂਰ ਦੀ ਫਰਮਾਇਸ਼ ਸੀ, ਮਸੂਦ ਰਾਣਾ ਦਾ ਗੀਤ ਸੀ, ਔਰ ਇਹ ਗੱਲ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ। ਜਿਨ੍ਹਾਂ ਦੀ ਮਾਵਾਂ ਜ਼ਿੰਦਾ ਨਾ, ਸੋਚੋ ਵੀ ਨਾ ਕਿ ਮਾਂ ਨੂੰ ਸਤਾਉਣਾ, ਔਰ ਨਾ ਮਾਂ ਨੂੰ ਸਤਾਉਣ ਵਾਲੇ ਸੁੱਖ ਨਹੀਂ ਜੇ ਪਾਉਂਦੇ ਜ਼ਿੰਦਗੀ ਪਰ ਫਿਰ ਧੱਕੇ ਹੀ ਖਾਂਦੇ ਜੇ। ਹਾਂ ਜੀ ਬਿਲਕੁਲ ਸਹੀ ਗੱਲ ਹੈ, ਅਥਾਰਟੀ ਦੀ ਗੱਲ ਕਹਿ ਰਿਹਾ ਮੈਂ। ਇਸ ਵਾਸਤੇ ਮਾਵਾਂ ਨਾ ਸਤਾਓ, ਮਾਂ ਨਾ ਤੜਪਾਓ, ਮਾਂ ਨੂੰ ਖੁਸ਼ ਰੱਖਿਆ ਕਰੋ। ਮਾਂ ਨੂੰ ਖੁਸ਼ ਰੱਖੋਗੇ ਨਾ, ਯਕੀਨ ਜਾਣੋ ਰੱਬ ਤੁਹਾਨੂੰ ਖੁਸ਼ ਰੱਖੇਗਾ। ਰੱਬ ਦੀ ਖੁਸ਼ੀ ਵੀ ਇਸੇ 'ਚ ਹੀ ਹੈ ਕਿ ਤੁਹਾਡੇ ਮਾਂ ਪਿਓ ਤੁਹਾਡੇ ਕੋਲ ਖੁਸ਼ ਰਹਿਣ। ਅਗਰ ਮਾਂ ਬਾਪ ਨੂੰ ਸਤਾਇਆ, ਉਹਨਾਂ ਨੂੰ ਤੜਫਾਇਆ, ਤਾਂ ਕਦੀ ਵੀ ਚੈਨ ਨਹੀਂ ਪਾਓਗੇ। ਬੜਾ ਹੀ ਸੋਹਣਾ ਮਸੂਦ ਰਾਣੇ ਦੀ ਆਵਾਜ਼ 'ਚ ਤੁਸੀਂ ਸੁਣਿਆ ਕਿ ਮਾਵਾਂ ਨੂੰ ਤੜਪਾਵਨ ਵਾਲੇ ਕਦੋਂ ਸੁੱਖ ਪਾਉਂਦੇ ਨੇ। ਲਓ ਜੀ ਸਰ, ਹੁਣ ਪ੍ਰੋਗਰਾਮ ਕੀ ਕਰੀਏ, ਟਾਈਮ ਦੀ ਕਹਿੰਦੇ ਨਾ ਬੰਦਸ਼ ਹੈ, ਟਾਈਮ ਨੇ ਆਪਣੀ ਜ਼ੰਜੀਰ ਪਾਈ ਹੁੰਦੀ, ਉਹ ਖਿੱਚ ਲੈਂਦਾ ਅਤੇ ਵਕਤ ਖਤਮ ਹੋਣ ਵਾਲਾ ਹੈ। ਲੇਕਿਨ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਮਾਵਾਂ ਠੰਡੀਆਂ ਛਾਵਾਂ, ਇਹਨੂੰ ਬੜਾ ਹੀ ਪਸੰਦ ਕੀਤਾ ਗਿਆ, ਔਰ ਯਕੀਨਨ ਜਿਹੜੀ ਮਾਂ ਦਾ ਪਿਆਰ, ਮਾਂ ਦੀ ਮੁਹੱਬਤ, ਮਾਂ ਦੀ ਚਾਹਤ, ਮਾਂ ਦਾ ਵਜੂਦ, ਇਹ ਤੋਂ ਵੱਧ ਕੇ ਕੋਈ ਚੀਜ਼ ਨਹੀਂ। ਅਤੇ ਅੱਜ ਚੁੱਕੇ ਸੀ ਸਾਡਾ ਟੌਪਿਕ ਹੀ ਇਹ ਸੀ ਕਿ ਮਾਵਾਂ ਠੰਡੀਆਂ ਛਾਵਾਂ, ਔਰ ਇਹਦੇ 'ਚ ਨਾ ਆਫਰੀਨ ਉਹਨਾਂ ਨੇ ਕਿਹਾ ਜੀ ਅੱਜ ਦਾ ਸ਼ੋਅ FM ਦੀ ਤਾਰੀਖ ਦਾ ਸਭ ਤੋਂ ਚੰਗਾ ਸ਼ੋਅ, ਵਧੀਆ ਸ਼ੋਅ। ਅਤੇ ਉਹਨਾਂ ਨੇ ਨਾਲ ਦੁਆ ਕੀਤੀ ਕਿ ਅੱਲਾ ਕਰੀਮ ਅਜਰ ਦੇਵੇ। ਆਮੀਨ ਸੁਮਾ ਆਮੀਨ। ਆਫਰੀਨ ਜੀ ਤੁਸੀਂ ਇਸ ਸ਼ੋਅ ਨੂੰ ਸੁਣਿਆ, ਸ਼ੋਅ ਨੂੰ ਪਸੰਦ ਕੀਤਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਮੁਹੰਮਦ ਲੁਕਮਾਨ ਰਾਵਲਪਿੰਡੀ ਤੋਂ, ਇਹਨਾਂ ਨੇ ਕਿਹਾ ਜੀ ਮੈਂ ਆਪਣੀ ਮਾਂ ਨੂੰ ਬਹੁਤ ਪਿਆਰ ਕਰਦਾ ਅਤੇ ਮਾਂ ਮੈਨੂੰ ਪਿਆਰ ਕਰਦੀ। ਹਾਂਜੀ, ਮਾਂ ਪੁੱਤਰਾਂ ਦਾ ਫਿਰ ਪਿਆਰ ਹੀ ਵੱਖਰਾ ਹੁੰਦਾ ਹੈ ਨਾ, ਅਤੇ ਕਿਹੜੀ ਹਰ ਮਾਂ ਆਪਣੀ ਔਲਾਦ ਨੂੰ ਪਿਆਰ ਕਰਦੀ ਹੈ, ਅਤੇ ਲੇਕਿਨ ਜਵਾਬ 'ਚ ਮਾਂ ਨੂੰ ਹੀ ਪਿਆਰ ਕਰਨਾ ਇਹ ਸਾਡੇ 'ਤੇ ਫਰਜ਼ ਬਣਦਾ। ਮੈਂ ਫਰਜ਼ ਦਾ ਲਫ਼ਜ਼ ਇਸਤੇਮਾਲ ਕਰ ਰਿਹਾ, ਐਨ ਫਰਜ਼ ਹੈ।
माँ की खिदमत करनी, माँ का प्यार करना, ये कोई माँ तो एहसान नहीं जेगा। जी हाँ, सही है। एक मैनू याद आ गई हदीस मुबारक कि किसी ने नबी करीम सल्लल्लाहु अलैहि वसल्लम नूं पुछया कि मैं क्या अपनी माँ का हक अदा कर दिता है कि मैं तो अपनी माँ नूं अपने मोढियां ते बिठा के ना हज कराया, तो मेरा ख्याल है कि मैं अपनी माँ की खिदमत का हक अदा कर दिता है। दसो सरकार की फरमाते हैं? सरकार दो जहां हज़रत मोहम्मद सल्लल्लाहु अलैहि वसल्लम, आपने फरमाया कि तू तो अपनी माँ की उस एक रात का हक अदा नहीं कर सकिया जो तू छोटा सा, माँ दे नाल सोना सा, माँ ते अपना दुध पिलांदी सी, ते रात नूं तू जदों उस बिस्तरे नूं गिला कर देना सा, बिस्तर गिला हो जाता सी, तू पेशाब कर देना सा, ते माँ तेनों सुके पासे कर दी सी, आप तेरी पेशाब की तेरे बिस्तर उत्ते गिले बिस्तर ते आप सौ जाती सी, तू तो उस एक रात का हक अदा नहीं कर सकता। ते तू यानी ये जे माँ का मुकाम, और इस माँ का मुकाम मुतयन किया मेरे सोने नबी हज़रत मुहम्मद सल्लल्लाहु अलैहि वसल्लम ने। माँ का मुकाम मुतयन किया अल्लाह रब्बुल आलमीन ने। अल्लाह जी शान फरमाते ने, बार बार मैं जिक्र करना चाहांगा, और इस वास्ते कि पल्ले बन लवो। और दुनिया की जिहड़ी है ना सी साहिब ईमान है, अल्हम्दुलिल्लाह अल्हम्दुलिल्लाह, गुनाहगार ज़रूर हैं लेकिन साहिब ईमान है, बिलीवर है, मनन वाले कि अल्लाह ने जो कहता अटल हकीकत है, बिल्कुल और से अमल होना ही होना है। यानी कि दुनिया इधर तो इधर हो जाए, जो सरकार ने फरमाता, जो अल्लाह ने फरमाता, वो ऐन हकीकत है और ऐन ईमान है। तो जदों अल्लाह ने कह दिता है कि जन्नत जड़ी है ना वो माँ के कदमां थले है, तो फिर ये जरा गौर करो कि असी जदों लगे हैं सारे साहिब ईमान, अल्लाह ताला अमल की भी तौफीक दवे जितने अमाल ने, इस वास्ते कि अल्लाह राजी हो जाए तो सानू जन्नत लभ जाए, तो जन्नत के हसूल की तगो दै, तो अल्लाह ने तुहाडी माँ के पैरों थले जन्नत रख दी है, तुहाडे कोल जन्नत है। तो फिर किड्डा बदकिस्मत है, किड्डा बदकिस्मत है कि जन्नत और माँ के कदमां के थले होवे तुसीं जन्नत हासिल ना कर सके। बहरहाल ये गल्लां ऐसियां ने, कहते माँ के तस्करे होंदे रहे तो कदों टाइम की है, तो पूरी जिंदगी थोड़ी है कि अगर माँ बाप की बंदा जिक्र करता रहे, उन्होंने तौसीफ करता रहे, उन्होंने खिदमत करता रहे, तो अल्लाह ताला तौफीक अता फरमाया कि जिन्हों के वालदैन जिंदा ने उन्होंने नाल प्यार करो, माँ बाप की खिदमत करो, और जेडे अल्लाह नूं प्यारे हो गए ने अल्लाह ताला उन्होंने दर्जात बुलंद करे। वक्त खत्म हो रहा तो जाते जाते मैं एक तुहानूं खूबसूरत जिहा माँ के हवाले नाल कलाम सुनावांगा। इबरारुल हक ने गाया कि माँ चेते आनो हटदी ना, कि माँ भुलदी नहीं, हर वेले याद आती है, माँ चेते आनो हटदी ना। ये तुसी सुनो इख्तितामी गीत अज दे प्रोग्राम का, तो ये नाल नाल तुसी राशिद हिजाजी नूं इजाज़त दो, मेरे नाल ने ताबिश नकवी और नासिर अहमद, इमरान बेग, पूरी टीम नूं इजाज़त। तो ये अगले जुमे 10 बजे फिर तुहाडे कोल हाज़र होवांगे खुशबू लैके। तो जांदे जांदे तुहानूं अज फिर मावां ठंडियां छावां दे प्रोग्राम च इबरारुल हक दा गीत सुनाने हैं, माँ चेते आनो हटदी ना।